ਸੰਗਤ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪਾਂ 6ਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਜੀਵਨ ਬਾਰੇ ਵਿਚਾਰ ਕਰ ਰਹੇ ਸੀ। ਤਕਰੀਬਨ ਅੱਧੀ ਵਿਚਾਰ ਕੱਲ੍ਹ ਹੋਈ ਸੀ, ਬਾਕੀ ਅੱਜ ਹੋਏਗੀ। 6ਵੇਂ ਪਾਤਸ਼ਾਹ ਦੇ 5 ਸਾਹਿਬਜ਼ਾਦੇ ਭਾਵ ਸਪੁੱਤਰ ਅਤੇ ਇੱਕ ਸਪੁੱਤਰੀ ਸੀ। ਸਭ ਤੋਂ ਵੱਡੇ ਸਪੁੱਤਰ ਦਾ ਨਾਂ ਸੀ ਬਾਬਾ ਗੁਰਦਿੱਤਾ ਜੀ ਅਤੇ ਸਭ ਤੋਂ ਛੋਟੇ ਦਾ ਨਾਂ ਸੀ ਗੁਰੂ ਤੇਗ ਬਹਾਦਰ ਜੀ, ਅਤੇ ਇੱਕ ਲੜਕੀ ਸੀ ਜਿਹਦਾ ਨਾਂ ਸੀ ਵੀਰੋ। ਇੱਕ ਉਹਨਾਂ ਦਾ ਸਪੁੱਤਰ ਅਟਾਲ ਰਾਏ ਸੀ। ਅਟਾਲ ਰਾਏ ਜੀ 9 ਸਾਲ ਦੇ ਹੋਏ ਨੇ। ਆਪਣੇ ਦੋਸਤ ਮੋਹਨ ਨਾਲ ਰੋਜ਼ ਖੇਡਣ ਜਾਂਦੇ ਖਿੱਦੋ ਖੂੰਡੀ। ਇੱਕ ਦਿਨ ਮੋਹਨ ਖੇਡਣ ਨਹੀਂ ਆਇਆ। ਬਾਬਾ ਅਟਾਲ ਰਾਏ ਜੀ ਉਹਦੇ ਘਰ ਚਲੇ ਗਏ। ਉਹ ਪਿਆ ਤੇ ਚਿੱਟੀ ਚਾਦਰ ਉਹਦੇ ਉੱਤੇ ਦਿੱਤੀ ਹੋਈ ਹੈ ਤੇ ਮਾਂ ਰੋ ਰਹੀ ਹੈ। ਬਾਬਾ ਅਟਾਲ ਰਾਏ ਜੀ ਕਹਿੰਦੇ, ਮਾਤਾ ਜੀ ਤੁਸੀਂ ਰੋ ਕਿਉਂ ਰਹੇ ਹੋ? ਕਹਿੰਦੇ, ਤੇਰਾ ਦੋਸਤ ਜਿਹੜਾ ਮੋਹਨ ਹੈ ਨਾ, ਇਹਨੂੰ ਸੱਪ ਲੜ ਗਿਆ, ਇਹ ਮਰ ਗਿਆ ਹੈ। ਬਾਬਾ ਅਟਾਲ ਰਾਏ ਜੀ ਸਹਿਜ ਸੁਭਾਅ ਕਹਿੰਦੇ, ਨਹੀਂ ਜੀ, ਇਹ ਵਾਰੀ ਦੇਣ ਦਾ ਮਾਰਾ ਲੇਟਿਆ ਹੋਇਆ ਹੈ। ਉਹਨਾਂ ਖੂੰਡੀ ਉਹਦੇ ਗਲ 'ਚ ਪਾ ਕੇ ਤੇ ਉੱਠ ਉੱਠ ਵਾਰੀ ਦੇ, ਅਤੇ ਉਹ ਵਾਹਿਗੁਰੂ ਵਾਹਿਗੁਰੂ ਕਰਦਾ ਉੱਠ ਪਿਆ। ਉਹ ਤਾਂ ਸਾਰੇ ਸ਼ਹਿਰ 'ਚ ਚਰਚਾ ਹੋ ਗਈ, ਅੰਮ੍ਰਿਤਸਰ 'ਚ, ਬਈ ਗੁਰੂ ਮਹਾਰਾਜ ਦੇ 9 ਸਾਲ ਦੇ ਪੁੱਤਰ ਨੇ ਆਪਣੇ ਮਰੇ ਹੋਏ ਦੋਸਤ ਨੂੰ ਜਿਉਂਦਿਆਂ ਕਰਤਾ। ਇਹ ਗੱਲ ਜਦੋਂ 6ਵੇਂ ਪਾਤਸ਼ਾਹ ਨੂੰ ਪਤਾ ਲੱਗੀ, ਉਹਨਾਂ ਸੱਦਿਆ ਅਟਾਲ ਰਾਏ ਨੂੰ। ਕਹਿੰਦੇ, ਤੂੰ ਇਹਨੂੰ ਮਰੇ ਨੂੰ ਜਿਉਂਦਿਆਂ ਕੀਤਾ? ਕਹਿੰਦਾ, ਹਾਂਜੀ। ਕਿ ਤੂੰ ਬਹੁਤ ਮਾੜਾ ਕੀਤਾ। ਬਗਾਨਿਆਂ ਦਾ ਰਾਜ ਹੈ, ਜਿਹਦਾ ਵੀ ਮਰ ਜਿਆ ਕਰੇਗਾ ਉਹੀ ਸਾਡੇ ਬੂਹੇ 'ਤੇ ਲੈ ਆਵੇਗਾ ਵੀ ਉਹਨੂੰ ਜਿਉਂਦਿਆਂ ਕਰੋ ਜੀ। ਫਿਰ ਸਾਨੂੰ ਤਾਂ ਆਹੀ ਕੰਮ ਰਹਿ ਗਏ। ਅਸੀਂ ਪਰਮਾਤਮਾ ਦੇ ਕੰਮ ਵਿੱਚ ਦਖਲਅੰਦਾਜ਼ੀ ਨਹੀਂ ਕਰਨੀ। ਤੂੰ ਬਹੁਤ ਮਾੜਾ ਕੀਤਾ। ਕਹੇ ਜੀ ਫਿਰ ਕੀ ਕਰਾਂ? ਕਹਿੰਦੇ, ਜਾਂ ਤਾਂ ਉਹਨੂੰ ਦੁਬਾਰਾ ਮਾਰ ਅਤੇ ਜਾਂ ਉਹਦੀ ਥਾਂ 'ਤੇ ਆਪ ਮਰ। ਕਹਿੰਦੇ, ਦੇਖੋ ਜੀ, ਹੁਣ ਮੈਂ ਉਹਨੂੰ ਤਾਂ ਜਿਉਂਦਿਆਂ ਕਰਤਾ, ਉਹਨੂੰ ਤਾਂ ਦੁਬਾਰਾ ਮੈਂ ਮਾਰਦਾ ਨਹੀਂ ਹਾਂ, ਮੈਂ ਆਪ ਮਰ ਸਕਦਾ ਹਾਂ। ਅਤੇ ਚਿੱਟੀ ਚਾਦਰ ਲੈ ਕੇ, ਜਿੱਥੇ ਅੱਜ ਕੱਲ੍ਹ ਗੁਰਦੁਆਰਾ ਬਣਿਆ ਬਾਬਾ ਅਟਾਲ ਰਾਏ ਜੀ, ਉੱਥੇ ਲੇਟ ਗਏ ਨੇ ਅਤੇ ਸਵਾਸ ਤਿਆਗ ਦਿੱਤੇ। ਉਹਨਾਂ ਦੀ ਯਾਦ ਦੇ ਵਿੱਚ 9 ਮੰਜ਼ਿਲਾ ਗੁਰਦੁਆਰਾ ਸਾਹਿਬ ਬਣਿਆ ਹੋਇਆ ਬਾਬਾ ਅਟਾਲ ਰਾਏ ਦੇ ਨਾਮ। ਆਮ ਕਹਾਵਤ ਹੈ, ਬਾਬਾ ਅਟਲ ਪੱਕੀਆਂ ਪਕਾਈਆਂ ਘੱਲ। ਇਸ ਲਈ ਸੰਗਤ ਹੀ ਉੱਥੇ ਲੰਗਰ ਲੈ ਕੇ ਆਉਂਦੀ ਹੈ। ਖੈਰ, ਇਸੇ ਤਰ੍ਹਾਂ ਹੀ ਕੰਧਾਰ ਸ਼ਹਿਰ ਦਾ ਇੱਕ ਦੁਕਾਨਦਾਰ ਸੀ, ਉਹਦਾ ਨਾਂ ਸੀ ਕਟਾਰੂ। ਕੰਧਾਰ ਦਾ ਇਹ ਨਿਯਮ ਸੀ ਉਹ ਕਿ ਜਿਹੜਾ ਦੁਕਾਨਦਾਰ ਜਿੰਨਾ ਘੱਟ ਤੋਲੇਗਾ ਓਨਾ ਹੀ ਉਹਦੇ ਪੱਟ ਦਾ ਮਾਸ ਵੱਢ ਲਿਆ ਜਾਵੇਗਾ। ਇਹ ਸਜ਼ਾ ਸੀ। ਇਸ ਲਈ ਕਿਸੇ ਦੀ ਜ਼ਰੂਰਤ ਨਹੀਂ ਸੀ ਪੈਂਦੀ। ਹੁਣ ਵੀ ਮੁਸਲਮਾਨ ਕਈ ਦੇਸ਼ਾਂ 'ਚ ਹੈ ਵੀ ਜਿਹੜਾ ਚੋਰੀ ਕਰਦਾ ਫੜਿਆ ਗਿਆ, ਪਤਾ ਲੱਗਿਆ ਇਹਨੇ ਚੋਰੀ ਕੀਤੀ, ਉਹਦੇ ਦੋਨੋਂ ਹੱਥ ਵੱਢ ਦਿੱਤੇ ਜਾਣਗੇ। ਇਸ ਲਈ ਡਰਦਾ ਬੰਦਾ ਫਿਰ ਚੋਰੀ ਨਹੀਂ ਕਰਦਾ। ਖੈਰ, ਲੋਕ ਰਾਜ ਦੇ ਵਿੱਚ ਅਜਿਹਾ ਅਸੰਭਵ ਹੈ। ਤਾਂ ਕਿਸੇ ਨੇ ਸ਼ਿਕਾਇਤ ਕਰਤੀ ਕਿ ਜਿਹੜਾ ਭਾਈ ਕਟਾਰੂ, ਇਹਦੇ ਵੱਟੇ ਜਿਹੜੇ ਨੇ ਨਾ, ਇਹ ਸਰਕਾਰੀ ਤੋਲ ਤੋਂ ਘੱਟ ਨੇ। ਸ਼ਿਕਾਇਤ ਕਰਤੀ, ਅਗਲੇ ਸੱਦ ਲਿਆ ਗਿਆ। ਹੁਣ ਭਾਈ ਕਟਾਰੂ ਸੋਚਦਾ ਕਿ ਮੈਂ ਕਿਹੜਾ ਵੱਟੇ ਆਪ ਬਣਾਏ ਨੇ, ਮੈਂ ਤਾਂ ਬਾਜ਼ਾਰੋਂ ਮੁੱਲ ਲਏ ਨੇ। ਪਰ ਹੁਣ ਕਿਸੇ ਸ਼ਿਕਾਇਤ ਕਰਤੀ ਹੈ, ਉਹ ਵੱਟੇ ਲੈ ਕੇ ਚੱਲ ਪਿਆ। ਜਿਹੜਾ ਕੋਤਵਾਲ ਸੀ, ਜਿਹਦੇ ਅੱਗੇ ਸ਼ਿਕਾਇਤ ਕੀਤੀ ਸੀ ਉਸ ਭਾਈ ਨੇ,
ਉਹ ਕਹਿੰਦਾ ਦੇਖੋ ਪਹਿਲਾਂ ਜਿਹੜਾ ਸੀ ਇੱਕ ਸਿੱਖ ਦੇ ਵਿਰੁੱਧ ਤੁਸੀਂ ਸ਼ਿਕਾਇਤ ਕੀਤੀ ਸੀ, ਉਹ ਝੂਠਾ ਨਿਕਲਿਆ, ਸਿੱਖ ਠੀਕ ਸੀ। ਵੇ ਗੁਰੂ ਨਾਨਕ ਦਾ ਸਿੱਖ ਘੱਟ ਨਹੀਂ ਤੋੜ ਸਕਦਾ, ਤੂੰ ਝੂਠ ਬੋਲਦਾ ਹੈ। ਕਹਿੰਦਾ ਨਹੀਂ ਜੀ, ਉਹਦੇ ਵੱਟੇ ਘੱਟ ਨੇ। ਕਹਿੰਦਾ ਜੇ ਉਹਦੇ ਵੱਟੇ ਪੂਰੇ ਹਨ ਸਿੱਖ ਦੇ ਤੈਨੂੰ ਸਜ਼ਾ ਮਿਲੇਗੀ। ਕਹਿੰਦਾ ਮਨਜ਼ੂਰ ਹੈ ਜੀ। ਕਿ ਚੰਗਾ, ਬੰਦੇ ਭੇਜ ਤੇ ਜਾਓ ਭਾਈ ਕਟਾਰੂ ਨੂੰ ਲੈ ਕੇ ਆਓ, ਵੀ ਆਪਣੇ ਵੱਟੇ ਲੈ ਗਿਆ। ਵੱਟੇ ਲੈ ਕੇ ਚਲੇ ਗਏ। ਉੱਧਰ 6ਵੇਂ ਪਾਤਸ਼ਾਹ ਅੰਮ੍ਰਿਤਸਰ ਬੈਠੇ, ਅੱਗੇ ਸੰਗਤ ਬੈਠੀ ਹੈ। ਹੁਣ ਭਾਈ ਕਟਾਰੂ ਬੇਨਤੀ ਕਰੇ 6ਵੇਂ ਪਾਤਸ਼ਾਹ ਨੂੰ, ਉੱਥੋਂ ਕੰਧਾਰ ਤੋਂ, ਵੀ ਸੱਚੇ ਪਾਤਸ਼ਾਹ ਮੈਂ ਵੱਟੇ ਬਾਜ਼ਾਰ 'ਚੋਂ ਲਏ ਨੇ, ਮੈਂ ਬੇਈਮਾਨ ਨਹੀਂ ਹਾਂ, ਪਰ ਜੇ ਵੱਟੇ ਘੱਟ ਨਿਕਲੇ, ਇੱਕ ਤਾਂ ਮੇਰੇ ਪੱਟ ਨੂੰ ਵੜ ਦਿੱਤਾ ਜਾਏਗਾ, ਮਾਸ ਉਹਨਾਂ ਲਾ ਲੈਣਾ ਨੇ, ਨਾਲੇ ਬਦਨਾਮੀ ਹੋਏਗੀ ਗੁਰੂ ਘਰ ਦੀ, ਵੀ ਸਿੱਖ ਇਹੋ ਜਿਹੇ ਹੁੰਦੇ ਨੇ। ਅਰਦਾਸਾ ਕਰ ਰਿਹਾ ਹੈ। ਚਲੋ ਜੀ, ਉਹਦੇ ਵੱਟੇ ਇੱਕ ਛਾਬੇ 'ਚ ਪਾਏ ਤਕੜੀ ਦੇ, ਦੂਜੇ ਛਾਬੇ ਸਰਕਾਰੀ ਵੱਟੇ ਪਾਤੇ। ਗੁਰੂ ਮਹਾਰਾਜ ਨੇ ਫਟਾਫਟ ਜਿਹੜੇ ਅੱਗੇ ਪੈਸੇ ਪਏ 5 ਪੈਸੇ ਚੱਕੇ, ਜਿਸ ਪਾਸੇ ਉਹਦੇ ਛਾਬੇ 'ਚ ਵੱਟੇ ਪੈਸੇ ਉਸੇ ਹੱਥ 'ਚ 5 ਪੈਸੇ ਫੜ ਲਏ। ਜੋ ਵੱਟੇ ਤੋਲੇ, ਵੱਟੇ ਪੂਰੇ। ਫਿਰ ਉਹਦੇ ਵੱਟੇ ਖੱਬੇ ਛਾਬੇ 'ਚ ਪਾ ਲਏ, ਦੂਜੇ ਛਾਬੇ 'ਚ ਸਰਕਾਰੀ ਵੱਟੇ ਦੂਜੇ 'ਚ ਪਾ ਲਏ। ਫਿਰ ਲੱਗੇ ਗੁਰੂ ਮਹਾਰਾਜ ਨੇ ਉਹੀ 5 ਪੈਸੇ ਦੂਜੇ ਹੱਥ 'ਚ ਫੜ ਲਏ, ਵੱਟੇ ਪੂਰੇ ਨਿਕਲੇ। ਫਿਰ ਉਹਨੇ ਪਹਿਲੇ ਛਾਬੇ 'ਚ ਫਿਰ ਵੱਟੇ ਪਾਏ, ਗੁਰੂ ਮਹਾਰਾਜ ਨੇ ਫਿਰ ਇਸ ਹੱਥ 'ਚ ਫੜ ਲਏ 5 ਪੈਸੇ, ਫਿਰ ਦੂਜੇ 'ਚ ਪਾਏ, ਫਿਰ ਇਸ ਤਰ੍ਹਾਂ ਕਰ ਲਏ, ਉਹ ਵੱਟੇ ਪੂਰੇ। ਉਹ ਪੈ ਗਿਆ, ਉਹਨੂੰ ਟੁੱਟ ਗਏ। ਕਹਿੰਦਾ ਮੈਂ ਤੁਹਾਨੂੰ ਕਿਹਾ ਸੀ ਵੀ ਗੁਰੂ ਨਾਨਕ ਦਾ ਸਿੱਖ ਕਦੇ ਠੱਗੀ ਨਹੀਂ ਕਰਦਾ, ਨਾ ਝੂਠ ਬੋਲੇ, ਤੁਸੀਂ ਕਹਿੰਦਾ ਸ਼ਿਕਾਇਤਾਂ ਕਰਦੇ ਰਹਿੰਦੇ ਹੋ। ਉਹ ਕਹਿੰਦੇ ਨਹੀਂ ਜੀ, ਹੈਣ ਦੇ ਘੱਟ ਸਨ, ਹੁਣ ਪਤਾ ਨਹੀਂ ਕੀ ਭਾਣਾ ਵਾਪਰ ਗਿਆ। ਚਲੋ ਜੀ, ਹੁਣ ਦੇ ਸਿੱਖ ਕਹਿ ਜਾਓ ਭਾਈ ਕਟਾਰੂ ਜਾਓ। ਤੁਸੀਂ ਕਟਾਰੂ ਘਰ ਆ ਗਿਆ। ਸਰਕਾਰੀ ਵੱਟਿਆਂ ਨਾਲ ਜਦੋਂ ਨੇ ਆਪਣੇ ਵੱਟੇ ਤੋਲੇ, ਵਾਕਈ ਘੱਟ। ਉਹਨੇ ਕਿਹਾ ਵੀ ਤਾਂ 6ਵੇਂ ਪਾਤਸ਼ਾਹ ਨੇ ਕਿਰਪਾ ਕਰਤੀ, ਆਪਣੀ ਦੁਕਾਨ ਕੀਤੀ ਬੰਦ ਅਤੇ ਪਰਿਵਾਰ ਨੂੰ ਲੈ ਕੇ ਅੰਮ੍ਰਿਤਸਰ ਨੂੰ ਚੱਲ ਪਏ। ਉੱਧਰੋਂ ਸਿੱਖਾਂ ਨੇ ਪੁੱਛਿਆ ਵੀ ਮਹਾਰਾਜ ਜੀ ਤੁਸੀਂ ਕਦੇ ਪੈਸੇ ਚੱਕੇ ਹੀ ਨਹੀਂ, ਅੱਜ ਕੀ ਕਰਦੇ ਹੋ? ਕਦੇ ਇੱਧਰ ਪੈਸੇ, ਕਦੇ ਇਸ ਹੱਥ 'ਚ, ਕਦੇ ਇੱਧਰ, ਕਦੇ ਇੱਧਰ। ਕਹਿੰਦੇ ਭਾਈ ਆਹ ਗੱਲ ਹੋ ਗਈ, ਸਾਡਾ ਸਿੱਖ ਬੇਈਮਾਨ ਨਹੀਂ ਸੀ। ਠੀਕ, ਉਹਨੇ ਵੱਟੇ ਖਰੀਦੇ, ਵਾਕਿਆ ਹੀ ਘੱਟ ਸਨ, ਅਸੀਂ ਭਾਈ ਉਹਦੇ ਵੱਟੇ ਪੂਰੇ ਕਰਦੇ। ਸੋ ਇਸ ਲਈ ਗੁਰੂ ਮਹਾਰਾਜ ਜੇ ਸੱਚਾ ਸੁੱਚਾ ਸਿੱਖ ਹੋਵੇ ਨਾ, ਉਹਦੀ ਲਾਜ ਰੱਖਦੇ। ਅਤੇ ਹੁਣ ਤਾਂ ਮਾੜਾ ਹਾਲ ਹੋ ਗਿਆ ਬਈ ਗੁਰੂ ਦੀ ਗੋਲਕ ਚੱਕ ਕੇ ਲੈ ਜਾਂਦੇ ਨੇ। ਦੱਸੋ, ਮੈਂ ਕਈ ਵਾਰੀ ਸੋਚਦਾ ਵੀ ਕੋਈ ਸਾਡੇ ਤੁਹਾਡੇ ਪੈਸੇ ਚੱਕ ਲਏ ਅਤੇ ਉਹ ਗੁਰੂ ਅੱਗੇ ਬੇਨਤੀ ਕਰ ਸਕਦਾ, ਸੱਚੇ ਪਾਤਸ਼ਾਹ ਅੱਗੇ ਤਾਂ ਮੈਂ ਇਸ ਤਰ੍ਹਾਂ ਨਹੀਂ ਕਰਦਾ, ਮੈਨੂੰ ਮਾਫ਼ ਕਰ ਦਿਓ। ਅਤੇ ਜੇ ਅਸੀਂ ਗੁਰੂ ਦੇ ਚੱਕ ਲਈਏ ਤਾਂ ਫਿਰ ਸਾਨੂੰ ਮਾਫ਼ ਕੌਣ ਕਰੇਗਾ? ਉਹ ਗੱਲ ਤੂੰ ਤਾਂ ਮੈਨੂੰ ਹੀ ਨਹੀਂ ਛੱਡਿਆ। ਇਸ ਲਈ ਮੈਂ ਕਈ ਬੈਠਾ ਸੋਚਦਾ ਵੀ ਕਿੰਨਾ ਅੰਤਰ ਹੋ ਪੈ ਗਿਆ ਹੈ ਉਸ ਵੇਲੇ ਦੇ ਸਿੱਖਾਂ ਦਾ ਅਤੇ ਅੱਜ ਦੇ ਸਿੱਖਾਂ ਦਾ। ਅੱਜ ਜ਼ਮੀਨ ਅਸਮਾਨ ਦਾ ਫਰਕ ਪੈ ਗਿਆ। ਕਿਤੇ ਸਿੱਖ ਸਾਰੇ ਇਤਿਹਾਸ ਪੜ੍ਹਨ ਅਤੇ ਫੈਸਲਾ ਕਰ ਲੈਣ ਕਿ ਅਸੀਂ ਇੱਕ ਵਧੀਆ ਜੀਵਨ ਜਿਉਣਾ ਹੈ, ਤਾਂ 30-40 ਸਾਲਾਂ ਦੇ ਵਿੱਚ ਟਾਈਮ ਤਾਂ ਲੱਗੇਗਾ, ਫਿਰ ਸਾਡੀ ਸਾਖ ਇਹ ਕਲਾਸ ਬਣ ਜਾਏਗੀ। ਮੈਂ ਦੇਖਿਆ ਜਦੋਂ ਕੋਈ ਨਵੀਂ ਕੌਮ ਬਣਦੀ ਹੈ ਨਾ, ਉਹ ਬਹੁਤ ਵਧੀਆ ਹੁੰਦੀ ਹੈ। ਹੌਲੀ ਹੌਲੀ ਉਹਦੇ 'ਚ ਫਿਰ ਗਿਰਾਵਟ ਆਉਣੀ ਸ਼ੁਰੂ ਹੋ ਜਾਂਦੀ ਹੈ। ਖੈਰ 1627 ਈਸਵੀ ਦੇ ਵਿੱਚ ਨਾਲਾਗੜ੍ਹ ਦਾ ਰਾਜਾ ਤਾਰਾ ਚੰਦ, ਜਿਹਦਾ ਸਮਝੌਤਾ ਗੁਰੂ ਮਹਾਰਾਜ ਨੇ ਜਹਾਂਗੀਰ ਨਾਲ ਕਰਾਇਆ ਸੀ, ਉਹ ਗੁਰੂ ਮਹਾਰਾਜ ਨੂੰ ਮਿਲਿਆ। ਕਹਿ ਜੀ ਤੁਸੀਂ ਮੇਰੇ ਇਲਾਕੇ 'ਚ ਆਓ, ਜਿਹੜਾ ਥਾਂ ਤੁਹਾਨੂੰ ਪਸੰਦ ਹੋ ਜਾਏ ਉੱਥੇ ਆ ਕੇ ਰਿਹਾਇਸ਼ ਕਰੋ, ਨਗਰ ਵਸਾਓ। ਗੁਰੂ ਮਹਾਰਾਜ ਦੀ ਬੇਨਤੀ ਮੰਨ ਕੇ ਆਪਣੇ ਸਭ ਤੋਂ ਵੱਡੇ ਸਪੁੱਤਰ ਬਾਬਾ ਗੁਰਦਿੱਤਾ ਜੀ ਨੂੰ ਨਾਲ ਲੈ ਕੇ ਪਹੁੰਚੇ ਨੇ। ਜਿਹੜੇ ਕਦੇ ਕੀਰਤਪੁਰ ਸਾਹਿਬ ਗਏ ਹੋ, ਬਹੁਤੇ ਲੋਕ ਮੈਂ ਦੇਖਿਆ ਬਾਬਾ ਗੁਰਦਿੱਤਾ ਅਤੇ ਪੀਰ ਬੁੱਢੜ ਸ਼ਾਹ ਦੇ 2 ਥਾਵਾਂ 'ਤੇ ਜਾਂਦੇ ਨੇ, ਅੰਦਰ ਸ਼ਹਿਰ ਨਹੀਂ ਜਾਂਦੇ।
ਅਸਲ ਅੰਦਰ ਸ਼ਹਿਰ ਦੇ ਵਿੱਚ ਹੀ ਤੇ ਸਾਡੇ ਸਥਾਨ ਹੈ। ਜਿਹੜਾ ਕੀਰਤਪੁਰ ਸਾਹਿਬ ਦੇ ਵਿੱਚ ਗੁਰੂ ਨਾਨਕ ਦੇਵ ਜੀ ਗਏ ਸਨ, ਉਹ ਪਹਾੜੀ 'ਤੇ ਬੈਠੇ ਸਨ। ਉੱਥੇ ਗੁਰਦੁਆਰਾ ਸਾਹਿਬ ਹੈ ਚਰਨ ਕਮਲ, ਭਾਖੜਾ ਨਹਿਰ ਹੈ, ਇਹਦੇ ਕੰਢੇ 'ਤੇ ਉਚਾਈ, ਬਹੁਤ ਉਚਾਈ 'ਤੇ ਗੁਰਦੁਆਰਾ ਸਾਹਿਬ ਬਣਿਆ ਹੋਇਆ ਹੈ ਚਰਨ ਕਮਲ। ਉੱਥੇ ਗੁਰੂ ਨਾਨਕ ਦੇਵ ਜੀ ਗਏ। ਗੁਰੂ ਨਾਨਕ ਜਦ ਸਵੇਰੇ ਕੀਰਤਨ ਸ਼ੁਰੂ ਕੀਤਾ ਨਾ, ਆਵਾਜ਼ ਦੂਜੀ ਪਹਾੜੀ 'ਤੇ ਪਹੁੰਚੀ। ਦੂਜੀ ਪਹਾੜੀ 'ਤੇ ਪੀਰ ਬੁੱਢਣ ਸ਼ਾਹ ਰਹਿੰਦਾ ਸੀ। ਉਦੋਂ ਸੁੰਨਸਾਨ ਸੀ ਸਾਰੀ, ਸ਼ਹਿਰ 'ਤੇ ਵਸਿਆ ਕੋਈ ਨਹੀਂ ਸੀ। ਆਵਾਜ਼ ਫਿਰ ਪਹਾੜਾਂ ਤੁਹਾਨੂੰ ਪਤਾ ਗੂੰਜਦੀ ਵੀ ਬਹੁਤ ਹੈ। ਉਹਨੇ ਬੜੀ ਪਿਆਰੀ ਆਵਾਜ਼ ਪੀਰ ਬੁੱਢਣ ਸ਼ਾਹ ਨੇ ਸੁਣੀ। ਉਹਨੇ ਦੇਖਿਆ ਕੋਈ ਕਾਮਲ ਫਕੀਰ ਆ ਗਿਆ। ਕਾਮਲ ਫਾਰਸੀ ਦਾ ਸ਼ਬਦ ਹੈ ਵੀ ਜਿਹੜਾ ਸੰਪੂਰਨ ਫਕੀਰ ਹੋਵੇ, ਆ ਗਿਆ। ਉਹਨੇ ਕਿਹਾ, ਆਮ ਕਹਾਵਤ ਹੈ ਨਾ ਵੀ ਜਦੋਂ ਕਿਸੇ ਗੁਰੂ ਨੂੰ ਮਿਲਣ ਜਾਈਏ ਜਾਂ ਕਿਸੇ ਸਾਧੂ ਨੂੰ ਮਿਲਣ ਜਾਈਏ, ਖਾਲੀ ਹੱਥ ਨਹੀਂ ਜਾਈਦਾ। ਪੀਰ ਬੁੱਢਣ ਸ਼ਾਹ ਨੇ ਬੱਕਰੀਆਂ ਰੱਖੀਆਂ ਹੋਈਆਂ ਸਨ। ਉਹਨੇ ਇੱਕ ਕੁੱਜੇ ਦੇ ਵਿੱਚ ਬੱਕਰੀ ਧਾਰ ਕੱਢੀ, ਉੱਤੇ ਢੱਕਣ ਦੇ ਕੇ ਚੱਪਣੀ ਜਿਹਨੂੰ ਕਹਿੰਦੇ ਨੇ, ਉਹ ਗੁਰੂ ਮਹਾਰਾਜ ਜਾ ਕੇ ਦੂਜੀ ਪਹਾੜੀ 'ਤੇ ਮਿਲਿਆ। ਚਲੋ ਗੁਰੂ ਮਹਾਰਾਜ ਨੇ ਸਤਿਕਾਰ ਕੀਤਾ। ਕਿਉਂ ਫਿਰ ਜਿਹੜੇ ਪਹੁੰਚੇ ਹੋਏ ਲੋਕ ਨੇ ਇੱਕ ਦੂਜੇ ਨਾਲ ਅੰਤਰਾਤਮਾ ਜਾਣ ਲੈਂਦੇ ਨੇ। ਕਾਫੀ ਦੇਰ ਬਾਅਦ ਵਿਚਾਰ ਵਟਾਂਦਰਾ ਹੁੰਦਾ ਰਿਹਾ। ਪੀਰ ਬੁੱਢਣ ਸ਼ਾਹ ਕਹਿੰਦੇ ਵੀ ਮੈਂ ਜੀ ਦੁੱਧ ਲੈ ਕੇ ਆਇਆ ਬੱਕਰੀ ਦਾ, ਤੁਸੀਂ ਪੀਓ। ਗੁਰੂ ਮਹਾਰਾਜ ਨੇ ਕੁੱਜੇ 'ਤੇ ਹੱਥ ਰੱਖ ਕੇ ਕਹਿੰਦੇ, ਪੀਰ ਜੀ ਤੁਹਾਡਾ ਦੁੱਧ ਸਾਨੂੰ ਮਨਜ਼ੂਰ ਹੈ, ਪਰ ਅਸੀਂ ਨਾ 6ਵੇਂ ਜਾਮੇ 'ਚ ਪੀਆਂਗੇ। ਜਦੋਂ ਮੈਂ ਪਹਿਲੀ ਵਾਰ ਇਤਿਹਾਸ ਪੜ੍ਹਿਆ, ਮੈਂ ਕਿਹਾ ਬੱਕਰੀ ਦਾ ਕੱਚਾ ਦੁੱਧ ਅਤੇ 6ਵਾਂ ਜਾਮਾ ਕਦੋਂ ਗੁਰੂ ਨਾਨਕ ਦਾ ਆਇਆ? ਉਹਦਾ 100, 125, 150 ਸਾਲ ਲੱਗ ਜੇ। ਮੈਂ ਮੇਰੇ ਵਰਗਾ ਹੁੰਦਾ ਤਾਂ ਉਹਨੇ ਕਹਿਣਾ ਸੀ, ਮਹਾਰਾਜ ਜੀ ਇਹ ਕੱਚਾ ਦੁੱਧ ਤੇ ਸ਼ਾਮ ਨੂੰ ਫੜ ਜਾਏਗਾ, ਵੀ ਹੁਣੇ ਹੀ ਪੀ ਲਓ। ਜਿਹੜਾ ਦੁੱਧ ਲੈ ਕੇ ਆਇਆ ਉਹ ਵੀ ਪੂਰਨ, ਅਤੇ ਜਿਹਨੇ ਕਿਹਾ ਸੀ 6ਵੇਂ ਜਾਮੇ 'ਚ ਪੀਵਾਂਗੇ ਉਹ ਵੀ ਪੂਰਨ। ਸੋ ਪੀਰ ਬੁੱਢਣ ਸ਼ਾਹ ਨੇ ਕੋਈ ਸ਼ੰਕਾ ਨਹੀਂ ਕੀਤੀ ਵੀ ਉਦੋਂ ਤੱਕ ਕਿੱਥੇ ਰਹੇਗਾ ਜੀ, ਹੁਣੇ ਪੀ ਲਓ ਜੀ। ਨਾ, ਉਹ ਕਿਤੇ ਸਤ ਬਚਨ ਜੀ। ਉਹ ਲਿਆਂਦਾ, ਉਹਨਾਂ ਨੇ ਟੋਇਆ ਪੁੱਟਿਆ, ਕੁੱਜੇ 'ਤੇ ਕੱਪੜਾ ਬਣ ਚੱਪਣੀ ਦੇ ਕੇ ਟੋਏ ਦੱਬਤਾ ਵੀ ਚਲੋ ਆਪੇ ਆਉਣਗੇ। ਫਿਰ ਜਦੋਂ ਉਹਨੇ ਕਿਹਾ ਮੈਂ 6ਵੇਂ ਜਾਮੇ 'ਚ ਆਊਂਗਾ। ਇੱਧਰੋਂ 6ਵੇਂ ਪਾਤਸ਼ਾਹ ਬਾਬਾ ਗੁਰਦਿੱਤਾ ਜੀ ਨੂੰ ਲੈ ਕੇ ਜਿੱਥੇ ਕੀਰਤਪੁਰ ਸਾਹਿਬ ਨਗਰ ਵਸਾਉਣਾ ਸੀ, ਉੱਥੇ ਆ ਗਏ। ਹੁਣ 6ਵੇਂ ਪਾਤਸ਼ਾਹ ਵੀ ਪਹੁੰਚੇ ਹੋਏ ਸਨ। ਉਹਨਾਂ ਨੂੰ ਪਤਾ ਲੱਗ ਗਿਆ ਵੀ ਗੁਰੂ ਨਾਨਕ ਜੀ ਨੇ ਐਂ ਕਿਹਾ ਸੀ। ਉਹ ਪੀਰ ਬੁੱਢਣ ਸ਼ਾਹ ਕੋਲ ਚਲੇ ਗਏ। ਪੀਰ ਬੁੱਢਣ ਸ਼ਾਹ ਨੂੰ ਕਹਿੰਦੇ ਵੀ ਮੈਂ ਗੁਰੂ ਨਾਨਕ ਦੇਵ ਜੀ ਦਾ 6ਵਾਂ ਸਰੂਪ ਹਾਂ। ਉਹ ਕਹਿੰਦੇ ਦੇਖੋ ਇਹ ਤੁਹਾਡੀ ਸ਼ਕਲ ਗੁਰੂ ਨਾਨਕ ਦੇ ਨਾਲ ਨਹੀਂ ਮਿਲਦੀ, ਮੈਨੂੰ ਕੋਈ ਵਿਸ਼ਵਾਸ ਆਵੇ, ਮੈਨੂੰ ਕੋਈ ਵਿਸ਼ਵਾਸ। 6ਵੇਂ ਪਾਤਸ਼ਾਹ ਨੇ ਫਿਰ ਆਪਣੀ ਸ਼ਕਲ ਗੁਰੂ ਨਾਨਕ ਦੇਵ ਜੀ ਵਰਗੀ ਕੀਤੀ। ਉਹਨੇ ਪਹਿਚਾਣ ਲਿਆ। ਫਿਰ ਉਹਨੇ ਜਿਹੜਾ ਹੈ ਦੁੱਧ ਭੇਟ ਕੀਤਾ। ਗੁਰੂ ਮਹਾਰਾਜ ਨੇ ਫਿਰ ਦੁੱਧ ਛਕਿਆ। 125 ਸਾਲ ਦੁੱਧ ਪਿਆ ਰਿਹਾ। ਮੈਨੂੰ ਰੱਖਦਾ 125 ਸਾਲ ਦੁੱਧ ਕੁੱਜੇ ਦੇ ਵਿੱਚ ਮਿੱਟੀ ਦੱਬਿਆ ਪਿਆ ਅਤੇ ਫਟਿਆ ਨਹੀਂ ਹੈ। ਕਿਉਂ? ਇਹ ਵਾਰ ਹੁੰਦੇ ਨੇ ਵੀ ਅਸੀਂ 6ਵੇਂ ਜਾਮੇ 'ਚ ਪੀਵਾਂਗੇ, ਬਸ ਫਿਰ ਰਹੇਗਾ ਉਹ। ਜਿਵੇਂ ਕੰਧ ਸਾਹਿਬ ਗੁਰਦੁਆਰਾ ਬਟਾਲੇ 'ਚ ਉਹ ਟੇਢੀ ਕੰਧ ਸੀ, ਗੁਰੂ ਨਾਨਕ ਦੀ ਸ਼ਾਦੀ ਸੀ। ਉਹ ਕਿਤੇ ਬੈਠੇ ਸ਼ਰਾਰਤੀ ਨੇ ਉੱਥੇ ਮੰਜਾ ਡਾਹਤਾ ਵੀ ਆਪੇ ਕੰਧ ਡਿੱਗ ਪੈਗੀ। ਇੱਕ ਮਾਈ ਆਈ, ਵੇ ਪੁੱਤ ਇਹ ਕੰਧ ਡਿੱਗਣ ਵਾਲੀ ਹੈ ਅਤੇ ਤੂੰ ਇੱਥੇ ਉੱਠ ਖੜ੍ਹ। ਉਹ ਕੰਧ ਵੱਲ ਵੇਖ ਕੇ ਗੁਰੂ ਮਾਤਾ ਜੀ ਇਹ ਚਾਰੇ ਜੁਗ ਰਹੇਗੀ। ਸਾਡੇ ਵਰਗੇ ਜਿਉਂ ਲੱਗੇ ਉਹਨੂੰ ਹੱਥ ਲਾਉਣ, ਚੁੰਮਣ, ਚੱਟਣ, ਕਾਫੀ ਘਸਾ ਤੇ ਸ਼੍ਰੋਮਣੀ ਕਮੇਟੀ ਨੇ ਸ਼ੀਸ਼ਾ ਲਾਤਾ। ਹੁਣ ਇਹ ਤਾਂ 4 ਜੁਗ ਰਹਿਣੀ, ਉਹਨਾਂ ਤਾਂ ਹੁਣੇ ਹੀ ਮੁਕਾ ਦੇਣੇ 10 ਸਾਲਾਂ ਲੋਕਾਂ ਨੇ। ਖੈਰ ਵਾਰ ਹੁੰਦਾ। ਸੋ ਅਗਲਾ ਕਿਹਾ ਤੁਸੀਂ 6ਵੇਂ ਜਾਮੇ 'ਚ ਪੀਵਾਂਗੇ। ਫਿਰ 6ਵੇਂ ਜਾਮੇ 'ਚ ਅਕਬਰ ਨੇ ਪੀਤਾ। ਸ਼ਾਹਜਹਾਨ ਆਇਆ ਲਾਹੌਰ।
ਗੁਰੂ ਘਰ ਦੇ ਜਿਹੜੇ ਦੋਖੀ ਸਨ ਉਹਨਾਂ ਨੇ ਸ਼ਿਕਾਇਤ ਕਰਤੀ ਗੁਰੂ ਮਹਾਰਾਜ ਨੂੰ। ਸ਼ਾਹ ਜਹਾਨ ਨੇ ਗੁਰੂ ਮਹਾਰਾਜ ਨੂੰ ਸੱਦਿਆ ਕਿ ਜਹਾਂਗੀਰ ਦੇ 1627 'ਚ ਡੈਥ ਹੋ ਗਈ ਸੀ। ਉਹਦੇ ਬਾਅਦ ਸ਼ਾਹ ਜਹਾਨ ਜਿਹੜਾ ਹੈ ਹਿੰਦੁਸਤਾਨ ਦਾ ਰਾਜਾ ਬਣਿਆ। ਗੁਰੂ ਮਹਾਰਾਜ ਗਏ ਲਾਹੌਰ, ਸਿੱਖਾਂ ਨੇ ਬੜਾ ਸਤਿਕਾਰ ਕੀਤਾ। ਰਾਜੇ ਨੇ ਜੋ ਪੁੱਛਣਾ ਸੀ ਪੁੱਛੀ ਗਏ। ਗੁਰੂ ਮਹਾਰਾਜ ਨੇ ਉਹਦੀ ਤਸੱਲੀ ਕਰਾ ਦਿੱਤੀ। ਚਲੋ ਸ਼ਾਹ ਜਹਾਂ ਨੇ ਸਤਿਕਾਰ ਸਹਿਤ ਕਹਿੰਦਾ ਹੁਣ ਤੁਸੀਂ ਜਾ ਸਕਦੇ ਹੋ ਜੀ। ਇਹਨੇ 'ਚ 1628 ਈਸਵੀ ਆ ਗਈ। ਮਾਤਾ ਗੰਗਾ ਜੀ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਮਹਿਲ ਭਾਵ ਸਪਤਨੀ, ਕਿਉਂਕਿ ਗੁਰੂ ਅਰਜਨ ਦੇਵ ਜੀ 1606 ਈਸਵੀ 'ਚ ਸ਼ਹੀਦ ਹੋ ਗਏ ਸਨ ਅਤੇ ਹੁਣ ਆ ਗਿਆ 1628 ਈਸਵੀ। ਉਹਨਾਂ ਦੀ ਸ਼ਹੀਦੀ ਤੋਂ 22 ਸਾਲ ਬਾਅਦ ਮਾਤਾ ਗੰਗਾ ਜੀ ਨੇ ਸਰੀਰ ਤਿਆਗਿਆ। ਉਹਨੇ ਚਿਰ ਨੂੰ ਗੁਰੂ ਗ੍ਰੰਥ ਸਾਹਿਬ ਤਿਆਰ ਹੋ ਹੀ ਚੁੱਕਾ ਸੀ। ਇਸ ਲਈ 6ਵੇਂ ਪਾਤਸ਼ਾਹ ਨੇ ਬਾਬਾ ਬੁੱਢਾ ਜੀ ਨੂੰ ਕਿਹਾ ਕਿ ਤੁਸੀਂ ਮਾਤਾ ਗੰਗਾ ਜੀ ਦੇ ਨਿਮਿਤ ਇੱਕ ਸਹਿਜ ਪਾਠ ਕਰੋ ਅਤੇ 10 ਦਿਨਾਂ ਬਾਅਦ ਉਹਦਾ ਭੋਗ ਪਾਉਣਾ ਹੈ। ਹਾਲਾਂਕਿ ਮਾਤਾ ਗੰਗਾ ਜੀ ਸੰਪੂਰਨ ਸਨ। ਜਿਹੜਾ ਸੰਪੂਰਨ ਹੁੰਦਾ ਹੈ ਉਹਦੇ ਨਿਮਿਤ ਕਿਸੇ ਪਾਠ ਦੀ ਲੋੜ ਨਹੀਂ। ਸਾਡੇ ਤੁਹਾਡੇ ਨਿਮਿਤ ਤਾਂ ਹੋ ਸਕਦਾ ਪਾਠ ਜੀ ਉਹਦੀ ਆਤਮਾ ਦਾ ਕਲਿਆਣ ਹੋਵੇ, ਜਿੱਥੇ ਵੀ ਹੈ ਉਹ ਠੀਕ ਰਹੇ, ਉਹ ਤਾਂ ਪੂਰਨ ਨੇ। ਹੁਣ ਜਦ ਆਪਾਂ ਗੁਰੂਆਂ ਦਾ ਪ੍ਰਕਾਸ਼ ਦਿਹਾੜਾ ਮਨਾਉਂਦੇ ਹਾਂ, ਇਹ ਤਾਂ ਨਹੀਂ ਅਰਦਾਸ ਕਰਦੇ ਸੱਚੇ ਪਾਤਸ਼ਾਹ ਅਖੰਡ ਪਾਠ ਗੁਰੂ ਮਹਾਰਾਜ ਦੀ ਆਤਮਾ ਨੂੰ ਲੱਗੇ ਉਹਨਾਂ ਦਾ ਕਲਿਆਣ ਹੋਵੇ, ਇਹ ਨਹੀਂ ਕਹਿੰਦੇ। ਆਪਣ ਪਤੇ ਉਹਦੇ ਪੂਰਨ ਸਨ। ਇਹ ਤਾਂ ਅਸੀਂ ਸਤਿਕਾਰ ਕਰਨਾ। ਹੁਣ ਕਿਉਂਕਿ ਗੁਰੂ ਮਹਾਰਾਜ ਨੇ ਇੱਕ ਲੀਹ ਪਾਣੀ ਸੀ, ਇਸ ਲਈ ਉਹਨਾਂ ਨੇ ਮਾਤਾ ਗੰਗਾ ਜੀ ਦੇ ਨਿਮਿਤ ਬਾਬਾ ਬੁੱਢਾ ਜੀ ਦਾ 10 ਦਿਨਾਂ 'ਚ ਸਹਿਜ ਪਾਠ ਕਰਵਾਇਆ। ਉਸ ਤੋਂ ਬਾਅਦ ਫਿਰ ਜਦੋਂ ਵੀ ਕੋਈ ਸਰੀਰ ਤਿਆਗਦਾ ਸੀ ਇਹ ਸਹਿਜ ਪਾਠ ਦਾ ਰਿਵਾਜ਼ ਹੋ ਗਿਆ ਫਿਰ ਕਰਾਉਣ ਦਾ, ਔਰ ਕਰਾਉਣਾ ਵੀ ਚਾਹੀਦਾ, ਕਿਉਂਕਿ ਜਿਹੜੀ ਰੂਹ ਸਰੀਰ ਤਿਆਗ ਗਈ ਹੈ ਉਹ ਕਿਸੇ ਵੀ ਭਾਵੇਂ ਜੂਨੀ 'ਚ ਹੋਵੇ, ਬਾਣੀ ਪੜ੍ਹੀ ਹੋਈ ਉਹਦੇ ਨਿਮਿਤ ਜਪਿਆ ਹੋਇਆ ਨਾਮ ਉਹਦੀ ਰੂਹ ਤੱਕ ਪਹੁੰਚਦਾ ਹੈ ਅਤੇ ਉਹਦੀ ਰੂਹ ਦਾ ਕਲਿਆਣ ਕਰਦਾ ਹੈ, ਉਹਦਾ ਭਲਾ ਹੁੰਦਾ ਹੈ। ਇਸ ਲਈ ਜਿਹੜੇ ਸਵਰਗਵਾਸੀ ਉਹਨਾਂ ਦੇ ਨਿਮਿਤ ਪਾਠ ਕਰਦੇ ਰਹੀਦਾ ਹੁੰਦਾ ਹੈ। ਇੱਕ ਵਾਰੀ ਗੁਰੂ ਮਹਾਰਾਜ ਨੂੰ ਪਾਕਿਸਤਾਨ, ਉਦੋਂ ਹਿੰਦੁਸਤਾਨ ਪਾਕਿਸਤਾਨ ਇਕੱਠਾ ਹੁੰਦਾ ਸੀ, ਪਾਕਿਸਤਾਨ ਦੇ ਵਿੱਚ ਇੱਕ ਜ਼ਿਲ੍ਹਾ ਹੈ ਗੁਜਰਾਂਵਾਲਾ, ਉਹਦੀ ਤਹਿਸੀਲ ਹੈ ਵਜ਼ੀਰਾਬਾਦ। ਵਜ਼ੀਰਾਬਾਦ ਦੇ ਨਜ਼ਦੀਕ ਇੱਕ ਪਿੰਡ ਹੈ ਹਾਫਜ਼ਾਬਾਦ। ਉੱਥੋਂ ਦੀ ਸੰਗਤ ਦੇ ਨਾਲ ਭਾਈ ਗੋਪਾਲਾ ਜੀ ਉੱਥੋਂ ਦੇ ਰਹਿਣ ਵਾਲੇ, ਉਹ ਵੀ ਅੰਮ੍ਰਿਤਸਰ ਆਏ ਨੇ। ਗੁਰੂ ਮਹਾਰਾਜ ਸਹਿ ਸਵਾਈ ਕਹਿੰਦੇ ਵੀ ਅੱਜ ਸਾਡਾ ਜਪਜੀ ਸਾਹਿਬ ਸੁਣਨ ਨੂੰ ਜੀ ਕਰਦਾ, ਵੀ ਕੋਈ ਗੁਰਸਿੱਖ ਸੁਣਾਓ ਜੀ। ਭਾਈ ਗੋਪਾਲਾ ਜੀ ਖੜ੍ਹੇ ਗਏ, ਦੋਨੋਂ ਹੱਥ ਜੋੜ ਕੇ ਕਹਿੰਦੇ ਸੱਚੇ ਪਾਤਸ਼ਾਹ ਜੀ ਆਪ ਜੀ ਦੀ ਆਗਿਆ ਵੇ, ਦਾਸ ਤਿਆਰ ਹੈ। ਹੁਣ ਗੁਰੂ ਮਹਾਰਾਜ ਬਾਣੀ ਸੁਣਨੀ ਸੀ। ਬਾਣੀ ਨੂੰ ਗੁਰੂ ਮਹਾਰਾਜ ਨੇ ਆਪਣੇ ਤੋਂ ਵੀ ਉੱਚਾ ਦਰਜਾ ਦਿੱਤਾ ਹੋਇਆ ਹੈ, ਇਸ ਲਈ ਬਹੁਤ ਵਧੀਆ ਚੌਂਕੀ ਮੰਗਵਾਈ ਗਈ। ਭਾਈ ਗੋਪਾਲਾ ਸਤਿਕਾਰ ਸਹਿਤ ਉਸ 'ਤੇ ਬਿਠਾਇਆ ਵੀ ਬੈਠ, ਚੌਂਕੜੀ ਮਾਰ ਕੇ ਬੈਠੋ ਅਤੇ ਸਾਨੂੰ ਜਪਜੀ ਸਾਹਿਬ ਸੁਣਾਓ। ਭਾਈ ਗੋਪਾਲਾ ਜੀ ਬੜੇ ਪਿਆਰ ਨਾਲ ਇੱਕ ਮਨ ਇੱਕ ਚਿੱਤ ਹੋ ਕੇ ਜਪਜੀ ਸਾਹਿਬ ਸੁਣਾ ਰਹੇ ਨੇ। ਸਾਰੀ ਸੰਗਤ ਬੜੇ ਧਿਆਨ ਨਾਲ ਸੁਣ ਰਹੀ ਹੈ। ਗੁਰੂ ਮਹਾਰਾਜ ਜੀ ਉਹਦੀ ਬਾਣੀ ਸੁਣ ਸੁਣ ਕੇ ਖੁਸ਼ ਹੋ ਰਹੇ ਵੀ ਕਿੰਨੀ ਵਧੀਆ ਬਾਣੀ ਪੜ੍ਹਦਾ ਹੈ। ਜਦੋਂ ਆਏ ਨਾ ਸ਼ਲੋਕ ਦੇ ਪਵਨ ਗੁਰੂ ਪਾਣੀ ਪਿਤਾ, ਮਨ 'ਚ ਭਾਈ ਗੋਪਾਲੇ ਦੇ ਆ ਗਿਆ ਵੀ ਜੇ ਗੁਰੂ ਮਹਾਰਾਜ ਮੇਰੇ ਪਾਠ 'ਤੇ ਖੁਸ਼ ਹੋ ਗਏ ਅਤੇ ਉਹਨਾਂ ਕਿਹਾ ਭਾਈ ਗੋਪਾਲਾ ਮੰਗ ਕੀ ਮੰਗਦੇ, ਤਾਂ ਉਹਨਾਂ ਕੋਲ ਜਿਹੜਾ ਸਭ ਤੋਂ ਮਹਿੰਗਾ ਘੋੜਾ ਮੈਂ ਉਹ ਮੰਗਾਂਗਾ। ਇਸ ਤਰ੍ਹਾਂ ਕਰਦਿਆਂ ਭੋਗ ਪੈ ਗਿਆ। ਗੁਰੂ ਮਹਾਰਾਜ ਹੱਸ ਪਏ, ਕਹਿੰਦੇ ਭਾਈ ਗੋਪਾਲਾ ਜੀ ਅਸੀਂ ਤਾਂ ਤੁਹਾਨੂੰ ਅੱਜ ਬਹੁਤ ਕੁਛ ਦੇ ਦੇਣਾ ਸੀ, ਪਰ ਤੁਹਾਡੀ ਭਾਵਨਾ ਵੀ ਜਿਹੜਾ ਸਭ ਤੋਂ ਵਧੀਆ ਘੋੜਾ ਮੈਨੂੰ ਉਹ ਮਿਲੇ। ਸਿੱਖਾਂ ਨੇ ਕਿਹਾ ਭਾਈ ਸਾਡਾ ਉਹ ਸਭ ਤੋਂ ਵਧੀਆ ਘੋੜਾ ਲੈ ਕੇ ਆਓ ਕਾਠੀ ਸਮੇਤ, ਅਤੇ ਗੁਰੂ ਮਹਾਰਾਜ ਨੇ ਉਹਦੇ ਪਾਠ 'ਤੇ ਖੁਸ਼ ਹੋ ਕੇ ਉਹਨੂੰ ਉਹ ਕਾਠੀ ਸਮੇਤ ਘੋੜਾ ਦੇ ਦਿੱਤਾ। ਇਸ ਤੋਂ ਕੀ ਸੁੱਧ ਹੁੰਦਾ ਕਿ ਜਦੋਂ ਵੀ ਅਸੀਂ ਪਾਠ ਕਰੀਏ ਸਾਵਧਾਨ ਇਕਾਗਰ ਚੀਤ ਹੋ ਕੇ ਕਰਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ।
ਅਸੀਂ ਸਾਵਧਾਨ ਇਕਾਗਰ ਚੀਤ ਕਿਉਂ ਨਹੀਂ ਹੁੰਦੇ? ਕਿਉਂਕਿ ਸਾਨੂੰ ਵਿਸ਼ਵਾਸ ਹੀ ਨਹੀਂ ਕਿ ਜਿਸ ਦੀ ਅਸੀਂ ਬਾਣੀ ਪੜ੍ਹ ਰਹੇ ਹਾਂ ਉਹ ਬਾਣੀ ਦੇ ਵਿੱਚ ਹੈ। ਗੁਰੂ ਮਹਾਰਾਜ ਭਗਤ ਜਿਨ੍ਹਾਂ ਦੀ ਬਾਣੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਹੈ, ਉਹ ਆਪਣੀ ਬਾਣੀ ਦੇ ਵਿੱਚ ਨੇ। ਜਦੋਂ ਮੈਂ ਜਪਜੀ ਸਾਹਿਬ ਫਰਜ਼ ਪੜ੍ਹਦਾ ਤਾਂ ਮੈਨੂੰ ਖਿਆਲ ਹੋਣਾ ਚਾਹੀਦਾ, 100% ਵਿਸ਼ਵਾਸ ਹੋਣਾ ਚਾਹੀਦਾ ਕਿ ਜੈਮਲ ਸਿੰਘ ਗੁਰੂ ਨਾਨਕ ਜੀ ਜਪਜੀ ਸਾਹਿਬ 'ਚ ਬੈਠੇ ਤੈਨੂੰ ਵੇਖ ਵੀ ਰਹੇ ਨੇ ਤੇ ਸੁਣ ਵੀ ਰਹੇ ਨੇ। ਜਦੋਂ ਆਪਾਂ ਨੂੰ ਕੋਈ ਵੇਖ ਰਿਹਾ ਹੋਵੇ ਨਾ ਤੇ ਸੁਣ ਰਿਹਾ ਹੋਵੇ, ਆਪਾਂ ਸਾਵਧਾਨ ਹੋ ਜਾਂਦੇ। ਕੁਦਰਤੀ ਗੱਲ। ਅੱਜ ਜਦੋਂ ਪਾਠੀ ਪਾਠ ਕਰ ਰਹੇ ਨੇ, ਸਾਰੇ ਅੱਗੇ ਸੰਗਤ ਬੈਠੀ ਹੈ, ਹੁੰਦੇ ਨਾ ਸਾਵਧਾਨ। ਉਹ ਕੋਈ ਨਹੀਂ ਵਾਸੀ ਲੈ ਰਹਿੰਦਾ ਉਸ ਵੇਲੇ, ਆ ਗੋਡੇ ਗਾਡੇ ਵੀ ਕੋਈ ਨਹੀਂ ਹਿਲਾ ਰਿਹਾ ਹੁੰਦਾ ਵੀ ਸੰਗਤ ਵੇਖ ਰਹੀ ਹੈ। ਸੋ ਇਸ ਲਈ ਭਾਵੇਂ ਤੁਹਾਨੂੰ ਕੋਈ ਨਹੀਂ ਵੇਖ ਰਿਹਾ, ਤੁਹਾਨੂੰ ਗੁਰੂ ਮਹਾਰਾਜ ਵੇਖ ਰਹੇ ਨੇ, ਉਹ ਸੁਣ ਰਹੇ ਨੇ। ਇਸ ਲਈ ਭਾਵੇਂ ਥੋੜ੍ਹੀ ਦੇਰ ਬਾਣੀ ਪੜ੍ਹੋ, ਮੰਨ ਲਓ ਨੀਂਦ ਆਉਂਦੀ ਹੈ ਨਾ ਪੜ੍ਹੋ, ਜਦੋਂ ਫਿਰ ਸਾਵਧਾਨ ਹੋ ਜਦੋਂ ਫਿਰ ਸ਼ੁਰੂ ਕਰ ਲਓ। ਐਂ ਨਾ ਕਰੀ ਜਾ ਵੀ ਐਂ ਵੀ ਕਰੀ ਜੇ ਤੇ ਏਕ ਓਂਕਾਰ ਸਤਿਨਾਮ ਐਂ ਵੀ ਕਰਿਓ, ਨਹੀਂ ਗੱਲ ਬਣਦੀ। ਉਹ ਨਾ ਆਪ ਨੂੰ ਸਵਾਦ ਆਉਣਾ ਅਤੇ ਨਾ ਸੁਣਨ ਵਾਲੇ ਨੂੰ ਆਉਣਾ ਜਿਹਦੀ ਬਾਣੀ ਪੜ੍ਹ ਰਹੇ ਹੋ। ਇਸ ਲਈ ਇਕਾਗਰ ਚੀਤ ਹੋ ਕੇ ਸਾਵਧਾਨ ਹੋ ਕੇ ਬਾਣੀ ਪੜ੍ਹਨ ਦੀ ਕੋਸ਼ਿਸ਼ ਕਰਨੀ। ਕੀ ਪਤਾ ਗੁਰੂ ਮਹਾਰਾਜ ਕਿਸ ਵੇਲੇ ਖੁਸ਼ ਹੋ ਜਾਣ। ਬਸ ਜਦੋਂ ਖੁਸ਼ ਹੋ ਗਏ ਬਸ ਸਿੱਖ ਦੇ ਪੌਂਬਰ। ਇਸ ਲਈ ਧਿਆਨ ਨਾਲ ਬਾਣੀ ਪੜ੍ਹਨੀ ਚਾਹੀਦੀ ਹੈ। 1629 ਸਾਲ ਆ ਗਿਆ ਹੈ। ਭਾਈ ਗੁਰਦਾਸ ਜੀ ਜਿਨ੍ਹਾਂ ਤੋਂ ਪੰਚਮ ਪਾਤਸ਼ਾਹ ਨੇ ਗੁਰੂ ਗ੍ਰੰਥ ਸਾਹਿਬ ਲਿਖਾਇਆ ਸੀ, ਉਹਨਾਂ ਦਾ ਵੀ ਅੰਤਮ ਸਮਾਂ ਆ ਗਿਆ। ਉਹਨਾਂ ਦੇ ਨਿਮਿਤ ਵੀ 6ਵੇਂ ਪਾਤਸ਼ਾਹ ਨੇ ਬਾਬਾ ਬੁੱਢਾ ਜੀ ਨੂੰ ਲਾ ਕੇ ਇੱਕ ਸਹਿਜ ਪਾਠ ਕਰਵਾਇਆ ਹੈ। ਆਪ ਜੀ ਪ੍ਰਚਾਰ ਕਰਦੇ ਕਰਦੇ ਮਾੜੀ ਪਿੰਡ ਆ ਗਏ। ਉੱਥੇ ਕਿਸੇ ਸਮਾਜ ਦੇ ਲੋਕ ਮੱਥੇ ਟੇਕ ਰਹੇ ਸਨ। ਗੁਰੂ ਮਹਾਰਾਜ ਨੇ ਪੁੱਛਿਆ ਕਿ ਭਾਈ ਜਿਸ ਨੂੰ ਤੁਸੀਂ ਮੱਥਾ ਟੇਕ ਰਹੇ ਹੋ, ਜਿਹਦੀ ਸਮਾਧ ਬਣਾਈ ਹੈ, ਉਹ ਤੇ ਕਾਂ ਬਣਿਆ ਹੋਇਆ, ਉਹ ਸਾਹਮਣੇ ਦੇਖੋ। ਉਹ ਜਿਹੜਾ ਚੜਾਵਾ ਤੋਂ ਜਿਹੜਾ ਉਹਨੂੰ ਖਾਣ ਉਹਨਾਂ ਨੂੰ ਭੁੱਖ ਲੱਗੀ ਹੈ, ਤੁਸੀਂ ਉਹਨੂੰ ਡੰਡੇ ਨਾਲ ਭਜਾ ਦਿੰਦੇ ਹੋ। ਉਹਦੇ ਹੋਏ ਲੋਕ ਬੜੇ ਹੈਰਾਨ ਹੋਏ, ਸਾਨੂੰ ਕੀ ਵਿਸ਼ਵਾਸ ਆਵੇ ਜੀ। ਉਹਨਾਂ ਨੇ ਆਪਣੀ ਸੋਟੀ ਜਿਹੜੇ ਮੁਖੀਏ ਸਨ 5-7 ਉਹਨੇ ਸਿਰ 'ਤੇ ਰੱਖ ਦਿੱਤੀ ਵਾਰੀ ਵਾਰੀ। ਉਹਨੇ ਦਿਵ ਦ੍ਰਿਸ਼ਟੀ ਖੁੱਲ੍ਹ ਗਈ। ਕੀ ਦੇਖਦੇ ਨੇ ਵੀ ਉਹ ਕਾਂ ਅਤੇ ਉਹ ਹੈ ਜਿਹਦੀ ਅਸੀਂ ਪੂਜਾ ਕਰ ਰਹੇ ਹਾਂ, ਜਿਹਦੇ ਨਾਮ ਤੁਸੀਂ ਮੜੀ ਬਣਾਈ ਹੋਈ ਹੈ। ਗੁਰੂ ਮਹਾਰਾਜ ਕਹਿੰਦੇ ਇਹਨਾਂ ਕੰਮਾਂ ਨੂੰ ਛੱਡੋ, ਤੁਸੀਂ ਬਾਣੀ ਪੜ੍ਹਿਆ ਕਰੋ, ਨਾਮ ਜਪਿਆ ਕਰੋ। ਤੁਸੀਂ ਇਹਨਾਂ ਮੜੀਆਂ ਮਸਾਣਾਂ ਨੂੰ ਪੂਜਣਾ ਬੰਦ ਕਰੋ। ਕੀ ਪਤਾ ਜਿਹਨੂੰ ਤੁਸੀਂ ਪੂਜ ਰਹੇ ਹੋ ਉਹ ਤੇ ਹੁਣ ਕਾਂ ਬਣਿਆ, ਤੁਹਾਡੀ ਕੀ ਕਲਿਆਣ ਕਰੇਗਾ ਉਹ। ਕੋਈ ਪੀਰ ਫਕੀਰ ਹੋਵੇ ਤਾਂ ਮੰਨਿਆ, ਉਹ ਦੱਸੋ ਕੀ ਕਰੇਗਾ। ਫਿਰ ਪਿੰਡ ਵਾਲਿਆਂ ਨੂੰ ਜਿਹੜਾ ਗੁਰੂ ਬਾਰੇ ਨਾਮ ਜਪਣ ਵਾਲੇ ਪਾਸੇ ਲਾਇਆ। 1631 ਸਾਲ ਆ ਗਿਆ। ਬਾਬਾ ਬੁੱਢਾ ਜੀ ਪਿੰਡ ਰਮਦਾਸ ਗਏ ਹੋਏ ਸਨ। ਉਹਨਾਂ ਦਾ ਅਸਲੀ ਪਿੰਡ ਸੀ ਉਹ। ਬਹੁਤ ਬਜ਼ੁਰਗ, ਬਹੁਤ ਉਮਰ ਸੀ ਬਾਬਾ ਬੁੱਢੇ ਜੀ ਲੰਮੀ। ਉਹਨਾਂ ਦੇਖਿਆ ਵੀ ਸਾਡਾ ਅੰਤਮ ਸਮਾਂ ਆ ਗਿਆ। ਉਹਨਾਂ ਨੇ ਅੰਤਰ ਆਤਮੇ ਯਾਦ ਕੀਤਾ 6ਵੇਂ ਪਾਤਸ਼ਾਹ ਨੂੰ ਵੀ ਸੱਚੇ ਪਾਤਸ਼ਾਹ ਮੇਰੀ ਇੱਛਾ ਹੈ ਮੈਂ ਤੁਹਾਡੀ ਹਾਜ਼ਰੀ ਦੇ ਵਿੱਚ ਸਰੀਰ ਤਿਆਗਾਂ, ਇਸ ਲਈ ਕਿਰਪਾ ਕਰਕੇ ਤੁਸੀਂ ਪਹੁੰਚੋ। ਅਤੇ ਗੁਰੂ ਮਹਾਰਾਜ ਨਾਲ ਸਿੱਖ ਲਏ ਅਤੇ ਰਮਦਾਸਪੁਰੇ ਪਹੁੰਚ ਗਏ। ਬਾਬਾ ਬੁੱਢਾ ਜੀ ਨੇ ਉੱਠਣ ਦੀ ਕੋਸ਼ਿਸ਼ ਕਹਿੰਦੇ, ਗੁਰੂ ਕਿ ਨਹੀਂ ਬਾਬਾ ਜੀ ਲੇਟੇ ਰਹੋ। ਗੁਰੂ ਮਹਾਰਾਜ ਦੇ ਬੈੱਡ ਦੇ ਮੰਜੇ 'ਤੇ ਬਹਿ ਗਏ ਅਤੇ ਬਾਬਾ ਬੁੱਢੇ ਦੇ ਸਿਰ ਨੂੰ ਆਪਣੇ ਪੱਟ 'ਤੇ ਰੱਖ ਲਿਆ, ਗੋਦੀ 'ਚ ਰੱਖ ਲਿਆ। ਸਿਰ 'ਤੇ ਹੱਥ ਰੱਖਿਆ ਹੈ ਗੁਰੂ ਮਹਾਰਾਜ ਨੇ ਅਤੇ ਬਾਬਾ ਬੁੱਢਾ ਜੀ ਨੇ ਸਰੀਰ ਤਿਆਗ ਦਿੱਤਾ ਹੈ। ਸਿੱਖ ਇਤਿਹਾਸ ਵਿੱਚ ਇੱਕ ਭਾਈ ਮਹਾਂ ਸਿੰਘ ਮੁਕਤਸਰ ਸਾਹਿਬ 'ਚ, ਉਹਨੂੰ ਆਪਣੇ ਜਿਹੜਾ ਗੋਦੀ 'ਚ ਉਹਦਾ ਸਿਰ ਲੈ ਕੇ ਅਤੇ ਫਿਰ ਉਹਦੇ ਸਰੀਰ ਤਿਆਗਿਆ ਸੀ। ਅਤੇ ਇੱਧਰ ਬਾਬਾ ਬੁੱਢਾ ਜੀ ਸਨ ਜਿਨ੍ਹਾਂ ਨੇ 6ਵੇਂ ਪਾਤਸ਼ਾਹ ਦੀ ਗੋਦ ਦੇ ਵਿੱਚ ਆਪਣਾ ਸਿਰ ਤਿਆਗਿਆ। ਇਹਨਾਂ ਦੇ ਨਿਮਿਤ ਵੀ ਫਿਰ ਗੁਰੂ ਮਹਾਰਾਜ ਨੇ ਜਿਹੜਾ ਸਹਿਜ ਪਾਠ ਕਰਵਾਇਆ।
ਸੋ ਸਿੱਖ ਕੌਮ ਦੇ 3 ਮਹਾਨ ਵਿਅਕਤੀ ਮਾਤਾ ਗੰਗਾ ਜੀ, ਭਾਈ ਗੁਰਦਾਸ ਜੀ ਅਤੇ ਬਾਬਾ ਬੁੱਢਾ ਜੀ, ਤਿੰਨਾਂ ਨੇ 6ਵੇਂ ਪਾਤਸ਼ਾਹ ਦੀ ਹਜ਼ੂਰੀ ਵਿੱਚ ਹੀ ਸਰੀਰ ਤਿਆਗੇ। ਕਾਬਲ ਦੇ ਵਿੱਚ ਇੱਕ ਬਹੁਤ ਅਮੀਰ ਗੁਰਸਿੱਖ ਰਹਿੰਦਾ ਸੀ, ਭਾਈ ਕਰੋੜੀਆ। ਉਹ 2 ਦਰਿਆਈ ਘੋੜੇ ਲੈ ਕੇ ਤੇ ਆ ਰਿਹਾ ਜੀ ਗੁਰੂ ਮਹਾਰਾਜ ਲਈ। ਜਦੋਂ ਲਾਹੌਰ 'ਚੋਂ ਲੰਘ ਰਿਹਾ ਸੀ, ਕੁਦਰਤੀ ਲਾਹੌਰ ਦਾ ਜਿਹੜਾ ਨਵਾਬ ਸੀ ਉਹਦੀ ਨਿਗਾਹ ਪੈ ਗਈ ਵੀ ਆਹੋ ਇਹ ਤਾਂ ਬੜੇ ਮਹਿੰਗੇ ਅਤੇ ਬੜੇ ਵਧੀਆ ਘੋੜੇ ਨੇ। ਉਹਨੇ ਖੋਲ੍ਹੇ, ਉਹਨੇ ਭਾਈ ਕਰੋੜੀਏ ਤੋਂ ਦੋਨੋਂ ਘੋੜੇ ਖੋਲ੍ਹੇ। ਭਾਈ ਕਰੋੜੀਆ ਦਰਬਾਰ 'ਚ ਆਇਆ, ਗੁਰੂ ਮਹਾਰਾਜ 'ਤੇ ਆ ਕੇ ਰੋਣ ਲੱਗ ਗਿਆ ਵੀ ਮੈਂ ਜੀ ਤੁਹਾਡੇ ਲਈ 2 ਘੋੜੇ ਲੈ ਕੇ ਸੀ, ਬੜੇ ਕੀਮਤੀ, ਅਤੇ ਉਹ ਲਾਹੌਰ ਦੇ ਨਵਾਬ ਨੇ ਖੋਲ੍ਹੇ ਨੇ। ਅਤੇ 6ਵੇਂ ਪਾਤਸ਼ਾਹ ਕਹਿੰਦੇ ਭਾਈ ਕਰੋੜੀਆ ਤੂੰ ਰੋ ਨਾ, ਤੇਰੇ ਘੋੜੇ ਸਾਡੇ ਤੱਕ ਪਹੁੰਚ ਚੁੱਕੇ ਨੇ, ਤੂੰ ਇਹਦਾ ਫਿਕਰ ਕਰ। ਭਾਈ ਬਿਧੀ ਚੰਦ ਸੀ, ਗੁਰੂ ਮਹਾਰਾਜ ਨੇ ਕਿਹਾ ਭਾਈ ਬਿਧੀ ਚੰਦ ਜੀ ਉਹ ਘੋੜੇ ਕਿਸੇ ਵੀ ਹਾਲਤ 'ਚ ਲਿਆਉਣੇ ਨੇ। ਭਾਈ ਬਿਧੀ ਚੰਦ ਜੀ ਘਾਹੀ ਬਣ ਕੇ ਨਾ ਜੀ, ਘਾਹ ਖੋਤਦੇ ਨੇ ਜਿਹੜੇ, ਘਾਹੀ ਬਣ ਕੇ ਉੱਥੇ ਘਾਹ ਖੋਤਣ ਲੱਗੇ, ਸਾਫ ਸੁਫ ਕਰਕੇ ਉਹ ਜਿਹੜਾ ਹੈ ਉਹ ਤਬੇਲੇ 'ਚ ਲੈ ਗਏ। ਮੈਂ ਘਾਹ ਲਿਆ ਜੀ ਘੋੜਿਆਂ ਲਈ ਜੀ, ਹਾਂਜੀ ਜੇ ਤੁਹਾਨੂੰ ਪਸੰਦ ਹੈ ਤਾਂ ਲੈ ਲਓ ਜੀ। ਉਹਨਾਂ ਨੇ ਦੇਖਿਆ ਘਾਹ ਤਾਂ ਬੜਾ ਵਧੀਆ, ਉਹਨਾਂ ਨੇ ਉਹ ਘੋੜਿਆਂ ਲਈ ਘਾਹ ਲੈ ਲਿਆ। ਇਹ ਕਈ ਦਿਨ ਭਾਈ ਬਿਧੀ ਚੰਦ ਜੀ ਘੋੜਿਆਂ ਲਈ ਘਾਹ ਲਿਜਾਂਦੇ ਰਹੇ। ਹੌਲੀ ਹੌਲੀ ਭੇਤੀ ਹੋ ਗਏ ਅੰਦਰ ਦੇ। ਕੋਈ ਲੜਕਾ ਯਾਰ ਤੂੰ ਆਪੇ ਖੁਰਲੀ 'ਚ ਪਾਇਆ। ਜਦੋਂ ਆਪਾਂ ਕਿਸੇ ਨੌਕਰ ਨੂੰ ਚੰਗੀ ਤਰ੍ਹਾਂ ਜਿਹੜੇ ਜਾਣੂ, ਹੁਣ ਮੰਨ ਲਓ ਗੁਲਜ਼ਾਰ ਸਿੰਘ ਹੈਗਾ ਮੇਰੇ ਕੋਲ ਕਈ ਸਾਲਾਂ ਦਾ, ਮੈਂ ਉਹਨੂੰ ਚਾਬੀ ਦਿੰਦਾ, ਮੈਂ ਯਾਰ ਉੱਥੇ ਪਰਸ ਦੇ ਵਿੱਚ ਆਪੇ ਹੀ ਪੈਸੇ ਕੱਢ ਲੈ ਜਿੰਨੇ ਤੈਨੂੰ ਚਾਹੀਦੇ ਨੇ, ਬਾਕੀ ਤੇ ਪਰਸ ਧਰ ਦੇ। ਹੌਲੀ ਵਿਸ਼ਵਾਸ ਪੈ ਜਾਂਦਾ। ਉਹਨੇ ਦੇਖਿਆ ਵੀ ਹਾਂ ਹੁਣ ਇਹ ਅਵੇਸਲੇ ਹੋ ਗਏ ਨੇ। ਇੱਕ ਦਿਨ ਮੌਕਾ ਪਾ ਕੇ ਉਹ ਇੱਕ ਘੋੜਾ ਲਿਆ ਕੇ ਗੁਰੂ ਮਹਾਰਾਜ ਦਿੱਤਾ ਵੀ ਆਹ ਲਓ ਜੀ ਘੋੜਾ। ਗੁਰੂ ਮਹਾਰਾਜ ਕਹਿੰਦੇ ਭਾਈ ਬਿਧੀ ਚੰਦ ਦੂਜਾ ਵੀ ਚਾਹੀਦਾ। ਕਹਿੰਦਾ ਮੈਂ ਕਰਦਾ ਕੋਸ਼ਿਸ਼। ਦੂਜੀ ਵਾਰੀ ਜੋਤਸ਼ੀ ਬਣ ਕੇ ਚਲੇ ਗਏ ਵੀ ਭਾਈ ਕਿਸੇ ਜੋਤਿਸ਼ ਲਵਾਉਣਾ ਹੈ, ਜੋਤਿਸ਼ ਲਵਾ ਲਓ, ਜੋਤਿਸ਼ ਲਵਾਉਣਾ ਹੈ, ਜੋਤਿਸ਼ ਲਵਾ ਲਓ। ਉਹਨਾਂ ਦਾ ਘੋੜਾ ਗੁੰਮ ਹੋਇਆ ਸੀ। ਉਹ ਕਹਿੰਦੇ ਭਾਈ ਸਾਡਾ ਘੋੜਾ ਕੋਈ ਲੈ ਗਿਆ ਅਤੇ ਤੂੰ ਜੋਤਿਸ਼ ਲਾ। ਕਹਿੰਦਾ ਕੋਈ ਨਹੀਂ ਜੀ ਮੈਂ ਕਰਦਾ। ਉਹ ਕਰੀ ਗਿਆ। 2-3 ਦਿਨ ਲਾਤੇ। ਇਹਨੇ ਚਿਰ ਨੂੰ ਜਿਹੜਾ ਹੈ ਘੋੜੇ ਨੂੰ ਦੂਜੇ ਨੂੰ ਵੀ ਉਹਨੇ ਵੇਖ ਲਿਆ ਵੀ ਇੱਥੇ ਵੱਜਦਾ, ਸ਼ਾਮ ਨੂੰ ਆਹ ਹੁੰਦਾ, ਸਾਰੇ ਭੇਤ ਦੂਜੇ ਦਾ ਵੀ ਲੈ ਲਿਆ। ਇੱਕ ਦਿਨ ਮੌਕਾ ਪਾ ਕੇ ਦੂਜਾ ਘੋੜਾ ਵੀ ਲੈ ਗਿਆ। ਜਦੋਂ ਨਵਾਬ ਕੋਈ ਦੇਰ ਬਾਅਦ ਨਵਾਬ ਨੂੰ ਪਤਾ ਲੱਗ ਗਿਆ ਵੀ ਇਹ ਤਾਂ 6ਵੇਂ ਪਾਤਸ਼ਾਹ ਦੇ ਸਿੱਖ ਜਿਹੜੇ ਸਨ ਉਹ ਘੋੜੇ ਲੈ ਗਏ ਨੇ। ਲਾਹੌਰ ਦੇ ਸੂਬੇਦਾਰ ਨੇ ਰਸੂਲ ਖਾਨ ਨੂੰ 7000 ਫੌਜ ਦੇ ਕੇ ਭੇਜੀ ਵੀ ਦੋਨੋਂ ਘੋੜੇ ਦੁਬਾਰਾ ਖੋਹ ਕੇ ਲਿਆ। ਚਲੋ ਜੀ, ਰਸੂਲ ਖਾਨ 7000 ਫੌਜ ਲੈ ਕੇ ਅੰਮ੍ਰਿਤਸਰ ਆ ਗਿਆ। ਹੁਣ ਲੜਾਈ ਸ਼ੁਰੂ ਹੋ ਗਈ ਹੈ। ਭਾਈ ਬਿਧੀ ਚੰਦ ਨੇ ਲੜਾਈ ਦੇ ਵਿੱਚ ਉਸ ਰਸੂਲ ਖਾਨ ਨੂੰ ਮਾਰ ਦਿੱਤਾ ਹੈ ਅਤੇ ਬਾਕੀ ਫੌਜ ਭੱਜ ਗਈ ਹੈ। ਮੈਂ ਕਈ ਵਾਰੀ ਸੋਚਦਾ ਵੀ ਫੌਜ ਤਾਂ ਸਿਰ ਲੀਡਰ ਦੇ ਨਾਲ ਹੀ ਹੈ। ਚਲੋ ਜੇ ਤੁਹਾਡਾ ਲੀਡਰ ਮਰ ਗਿਆ ਤੁਸੀਂ ਤਾਂ ਲੜੀ ਜਾਓ ਨਾ, ਆ ਵੀ ਭੱਜ ਗਏ, ਆਪਾਂ ਨੂੰ ਕੀ ਲੜਨਾ। ਪਹਿਲਾਂ ਇਹੀ ਰਿਵਾਜ਼ ਹੁੰਦਾ ਸੀ ਵੀ ਹਾਂ ਜਿਹੜਾ ਲੈ ਕੇ ਅਸੀਂ ਫੌਜ ਮਾਰਿਆ ਗਿਆ, ਬਾਕੀ ਭੱਜ ਜਾਂਦੇ ਹੁੰਦੇ ਸਨ। ਸੋ ਇਸ ਲਈ ਬਾਕੀ ਫੌਜ ਭੱਜ ਗਈ। ਅਗਲੇ ਦਿਨ ਨਵਾਬ ਨੇ ਮੁਖਲਿਸ ਖਾਨ ਨੂੰ ਭੇਜਿਆ ਫੌਜ ਦੇ ਕੇ ਵੀ ਤੂੰ ਜਾ। ਉਹ ਫੌਜ ਲੈ ਕੇ ਆ ਗਿਆ ਹੈ। ਰਾਤ ਨੂੰ ਮੌਕਾ ਪਾ ਕੇ ਭਾਈ ਬਿਧੀ ਚੰਦ ਅਤੇ ਜੇਠਾ ਜੀ ਉਹਨਾਂ ਨੇ ਇਹ ਮੁਖਲਿਸ ਖਾਨ ਨੂੰ ਮਾਰਤਾ, ਬਾਕੀ ਫੌਜ ਭੱਜ ਗਈ। ਇਹਨਾਂ ਦਿਨਾਂ 'ਚ ਬੀਬੀ ਵੀਰੋ ਜੀ ਜਿਹੜੇ ਕਿ 6ਵੇਂ ਪਾਤਸ਼ਾਹ ਦੀ ਸਪੁੱਤਰੀ ਸਨ, ਪੜ੍ਹਦੇ ਆ ਗਈ ਸ਼ਾਦੀ। ਉੱਧਰ ਰੋਜ਼ ਅੰਮ੍ਰਿਤਸਰ ਦੇ ਵਿੱਚ ਲੜਾਈਆਂ ਹੁੰਦੀਆਂ ਨੇ। ਗੁਰੂ ਮਹਾਰਾਜ ਸੋਚਿਆ ਵੀ ਇੱਥੇ ਨਹੀਂ, ਉਹਨਾਂ ਦਾ ਕੀ ਪਤਾ ਕਦੋਂ ਫਿਰ ਹਮਲਾ ਕਰ ਦੇਣ।
ਆਪਣੇ ਪਰਿਵਾਰ ਨੂੰ ਅਤੇ ਮੁਖੀ ਸਿੱਖਾਂ ਨੂੰ ਕਿਹਾ ਵੀ ਜਿਹੜਾ ਅਸੀਂ ਨਗਰ ਹਰਗੋਬਿੰਦਪੁਰ ਵਸਾਇਆ ਨਾ, ਉੱਥੇ ਚਲੇ ਜਾਓ, ਉੱਥੇ ਚਲੇ ਜਾਓ। ਮੈਂ ਇੱਧਰੋਂ ਵਿਹਲਾ ਹੋ ਕੇ ਉੱਥੇ ਆ ਜਾਵਾਂਗੇ, ਉੱਥੇ ਹੀ ਸ਼ਾਦੀ ਕਰਾਂਗੇ ਬੀਬੀ ਵੀਰੋ ਦੀ। ਚਲੋ ਜੀ, ਪਰਿਵਾਰ ਉੱਥੇ ਚਲਿਆ ਗਿਆ ਹੈ, ਸਿੱਖ ਵੀ ਕੁਝ ਚਲੇ ਗਏ ਨੇ ਉੱਥੇ। ਉੱਥੇ ਇੱਕ ਭਗਵਾਨ ਚੰਦ ਰਹਿੰਦਾ ਸੀ, ਉਹ ਗੁਰੂ ਘਰ ਦਾ ਵਿਰੋਧੀ ਸੀ। ਸਿੱਖਾਂ ਨਾਲ ਉਹਦੀ ਕਿਤੇ ਤੂੰ ਮੈਂ ਹੋ ਗਈ, ਸਿੱਖਾਂ ਨੇ ਉਹਨੂੰ ਮਾਰਤਾ। ਉਹਦਾ ਭਰਾ ਜਿਹੜਾ ਸੀ ਰਤਨ ਚੰਦ, ਉਹਦਾ ਪੁੱਤਰ ਰਤਨ ਚੰਦ, ਉਹ ਜਲੰਧਰ ਰਹਿੰਦਾ ਸੀ। ਉਹ ਜਲੰਧਰ ਦੇ ਨਵਾਬ ਕੋਲੇ ਗਿਆ ਵੀ ਇਸ ਤਰ੍ਹਾਂ 6ਵੇਂ ਪਾਤਸ਼ਾਹ ਸਿੱਖਾਂ ਨੇ ਮੇਰਾ ਬਾਪ ਮਾਰਤਾ ਹੈ, ਬਦਲਾ ਲੈਣਾ ਹੈਗਾ। ਚਲੋ ਉਹਦਾ ਅਸਰ ਸੁਖ ਚੰਗਾ ਸੀ ਤਾਂ ਕੀ ਕੀਤਾ, ਉਹ ਨਵਾਬ ਜਿਹੜਾ ਹੈ ਅਬਦੁਲ ਖਾਂ, ਉਹ ਫੌਜ ਲੈ ਕੇ ਆ ਗਿਆ। 3 ਦਿਨ ਲੜਾਈ ਹੁੰਦੀ ਰਹੀ। ਅਬਦੁਲ ਖਾਂ ਹਾਰ ਗਿਆ ਅਤੇ ਉਹ ਵਾਪਸ ਜਿਹੜਾ ਹੈ ਉਹ ਜਲੰਧਰ ਨੂੰ ਭੱਜ ਗਿਆ। ਚਲੋ ਸਿੱਖਾਂ ਦੇ ਹੋਰ ਹੌਸਲੇ ਹੋ ਗਏ ਨੇ। ਚਲੋ ਗੁਰੂ ਨੇ ਵਿਆਹ ਵੂ ਕਰਕੇ ਅਤੇ ਗੁਰੂ ਮਹਾਰਾਜ ਨਾ ਮੁਕਤਸਰ ਪਹੁੰਚ ਗਏ। ਇੰਨੇ ਚਿਰ ਨੂੰ ਜਦੋਂ ਮੁਕਤਸਰ ਪਹੁੰਚੇ, ਦਿੱਲੀ ਦਾ ਇੱਕ ਫੌਜੀ ਜਰਨੈਲ ਲਲਾ ਬੇਗ, ਉਹ ਫੌਜ ਲੈ ਕੇ ਆ ਗਿਆ ਹੈ। ਉਹ ਸ਼ਾਮ ਨੂੰ ਪਹੁੰਚਿਆ, ਉਦੋਂ ਗੁਰੂ ਮਹਾਰਾਜ ਮੁਕਤਸਰ ਠਹਿਰੇ ਹੋਏ ਸਨ। ਉੱਥੇ ਝਾੜੀਆਂ ਬਹੁਤ ਸਨ। ਸਿੱਖਾਂ ਨੇ ਮੌਕਾ ਪਾ ਕੇ ਝਾੜੀਆਂ ਦੇ ਉਹਲੇ ਲੁਕ ਗਏ। ਉਹਨੇ ਚ ਦਿਨ ਛਿਪ ਗਿਆ ਹੈ। ਉਹ ਜੇ ਰਾਤ ਦੁਸ਼ਮਣ ਦੀ ਫੌਜ ਸੁੱਤੀ ਸੀ ਨਾ, ਸਿੱਖਾਂ ਨੇ ਅਚਾਨਕ ਹਮਲਾ ਕਰਤਾ, ਵੱਢ ਟੁੱਕ ਸ਼ੁਰੂ ਹੋ ਗਈ ਹੈ। ਅਤੇ ਫਿਰ ਕੀ ਹੋਇਆ ਕਿ ਲਲਾ ਬੇਗ ਰਾਤੇ ਰਾਤ ਭੱਜ ਗਿਆ ਹੈ। ਸਿੱਖਾਂ ਦੇ ਹੋਰ ਹੌਸਲੇ ਵੱਧ ਗਏ ਵੀ ਹਾਂ, ਗੁਰੂ ਮਹਾਰਾਜ ਦੀ ਅਗਵਾਈ ਸਾਨੂੰ ਕੋਈ ਨਹੀਂ ਹਰਾ ਸਕਦਾ। ਇੰਨੇ 'ਚ ਨੂੰ ਗੁਰੂ ਮਹਾਰਾਜ ਕਰਤਾਰਪੁਰ ਸਾਹਿਬ ਆ ਗਏ। ਕਰਤਾਰਪੁਰ ਆ ਗਏ। ਜਦੋਂ ਕੋਈ ਦੇਰ ਇੱਥੇ ਰਹੇ, ਥੋੜ੍ਹੀ ਸ਼ਾਂਤੀ ਹੋਈ, ਫਿਰ ਕੀ ਹੈ, ਦਿੱਲੀ ਤੋਂ ਕਾਲੇ ਖਾਂ ਆ ਗਿਆ ਹੈ। ਕਾਲੇ ਖਾਂ ਫੌਜ ਲੈ ਕੇ ਦਿੱਲੀ ਤੋਂ ਆ ਗਿਆ, ਕਰਤਾਰਪੁਰ ਪਹੁੰਚਿਆ ਹੈ। ਗੁਰੂ ਮਹਾਰਾਜ ਕੋਲੇ ਇੱਕ ਬੜਾ ਪਿਆਰਾ ਮੁਸਲਮਾਨ ਸਿੱਖ ਸੀ, ਪੈਂਦੇ ਖਾਂ। ਗੁਰੂ ਮਹਾਰਾਜ ਨੂੰ ਪੁੱਤਰਾਂ ਵਾਂਗੂ ਪਾਲਿਆ ਸੀ ਔਰ ਬਹੁਤ ਸਰੀਰਕ ਤੌਰ 'ਤੇ ਉਹ ਤਗੜਾ ਵੀ ਸੀ। ਉਹ ਪੈਂਦੇ ਖਾਂ ਦੁਸ਼ਮਣਾਂ ਨਾਲ ਰਲ ਗਿਆ ਅਤੇ ਬਾਬਾ ਗੁਰਦਿੱਤਾ ਜੀ ਦਾ ਸਪੁੱਤਰ ਧੀਰ ਮੱਲ, ਉਹ ਕਰਤਾਰਪੁਰ ਵਿਆਹਿਆ ਹੋਇਆ ਸੀ, ਉਹ ਕਰਤਾਰਪੁਰ ਰਹਿੰਦਾ ਸੀ। ਉਹਦੇ ਕੋਲ ਹੀ ਜਦੋਂ ਅੰਮ੍ਰਿਤਸਰ ਲੜਾਈਆਂ ਸ਼ੁਰੂ ਹੋਈਆਂ ਤਾਂ 6ਵੇਂ ਪਾਤਸ਼ਾਹ ਨੇ ਧੀਰ ਮੱਲ ਨੂੰ ਕਿਹਾ ਵੀ ਗੁਰੂ ਗ੍ਰੰਥ ਸਾਹਿਬ ਤੂੰ ਕਰਤਾਰਪੁਰ ਲੈ ਜਾ, ਵੀ ਇੱਥੇ ਬੇਅਦਬੀ ਨਾ ਕਰ ਦੇਣ, ਕਿਉਂਕਿ ਅਸੀਂ ਤਾਂ ਉਹਦੇ ਲੜਕੀ ਦੀ ਸ਼ਾਦੀ ਕਰਨ ਜਾਣਾ ਹੈ ਅਤੇ ਮਗਰੋਂ ਅੰਮ੍ਰਿਤਸਰ 'ਤੇ ਖਾਲੀ ਹੋਵੇਗਾ ਅਤੇ ਬੇਅਦਬੀ ਨਾ ਕਦੇ ਗੁਰੂ ਗ੍ਰੰਥ ਸਾਹਿਬ, ਤੂੰ ਕਰਤਾਰਪੁਰ ਲੈ ਜਾ। ਚਲੋ ਧੀਰ ਮੱਲ ਹੈ ਗੁਰੂ ਗ੍ਰੰਥ ਸਾਹਿਬ ਨੂੰ ਕਰਤਾਰਪੁਰ ਲੈ ਆਇਆ ਹੈ। ਜਦੋਂ ਕਰਤਾਰਪੁਰ ਦੀ ਲੜਾਈ ਹੋਣੀ ਸੀ ਦਿੱਲੀ ਦੇ ਬੰਦੇ ਨਾਲ, ਕਾਲੇ ਖਾਂ ਨਾਲ, ਤਾਂ ਧੀਰ ਮੱਲ ਵੀ ਗੁਰੂ ਮਹਾਰਾਜ ਦੇ ਵਿਰੁੱਧ ਹੋ ਗਿਆ। ਦੇਖੋ, ਆਪਣੇ ਦਾਦੇ ਦੇ ਵਿਰੁੱਧ ਹੋ ਗਿਆ। 6ਵੇਂ ਪਾਤਸ਼ਾਹ ਦਾ ਵੱਡਾ ਸਪੁੱਤਰ ਸੀ ਬਾਬਾ ਗੁਰਦਿੱਤਾ ਜੀ। ਬਾਬਾ ਗੁਰਦਿੱਤਾ ਜੀ ਦਾ ਵੱਡਾ ਪੁੱਤਰ ਸੀ ਧੀਰ ਮੱਲ। ਧੀਰ ਮੱਲ ਵੀ 6ਵੇਂ ਪਾਤਸ਼ਾਹ ਦੇ ਵਿਰੁੱਧ ਹੋ ਗਿਆ ਅਤੇ ਜੇ ਪੈਂਦੇ ਖਾਂ ਸੀ ਉਹ ਵੀ ਵਿਰੁੱਧ ਹੋ ਗਿਆ। ਲਓ ਜੀ, ਦੁੱਖ ਤਾਂ ਹੁੰਦਾ ਨਾ। ਜਦੋਂ ਲੜਾਈ ਹੋਣ ਲੱਗੀ, ਪੈਂਦੇ ਖਾਂ ਲਲਕਾਰਦਾ 6ਵੇਂ ਪਾਤਸ਼ਾਹ, ਕਿਉਂ? ਕਹਿੰਦੇ ਐਵੇਂ ਫੌਜਾਂ ਮਰਵਾਣੀਆਂ ਨੇ, ਮੇਰੇ ਨਾਲ ਹੀ ਤੁਸੀਂ ਲੜ ਲਓ। ਚਲੋ ਫੌਜਾਂ ਰੁਕ ਗਈਆਂ ਦੋਨੋਂ ਪਾਸੇ, ਵੀ ਦੇਖਦੇ ਆ ਵੀ। ਗੁਰੂ ਮਹਾਰਾਜ ਕਹਿੰਦੇ ਵੀ ਪੈਂਦੇ ਖਾਂ, ਅਸੀਂ ਤੈਨੂੰ ਪੁੱਤਰਾਂ ਦੀ ਤਰ੍ਹਾਂ ਪਾਲਿਆ ਹੋਇਆ ਹੈ ਅਤੇ ਪਿਤਾ ਪੁੱਤਰ 'ਤੇ ਵਾਰ ਕਰਦਾ ਚੰਗਾ ਨਹੀਂ ਪਹਿਲਾਂ ਲੱਗਦਾ, ਪਹਿਲਾਂ ਤੂੰ ਵਾਰ ਕਰ ਲੈ। ਪੈਂਦੇ ਖਾਂ ਨੇ ਵਾਰ ਕੀਤਾ 6ਵੇਂ ਪਾਤਸ਼ਾਹ ਦੇ। 6ਵੇਂ ਪਾਤਸ਼ਾਹ ਨੇ ਢਾਲ ਦੇ ਨਾਲ ਉਹ ਵਾਰ ਰੋਕ ਲਿਆ ਹੈ।
ਕਹਿੰਦੇ ਲੈ ਵੀ ਪੈਂਦੇ ਖਾਂ ਹੁਣ ਤੂੰ ਤਿਆਰ ਹੋ ਜਾ। ਗੁਰੂ ਮਹਾਰਾਜ ਐਸਾ ਵਾਰ ਕੀਤਾ ਕਿ ਪੈਂਦੇ ਖਾਂ ਦੀ ਧੌਣ ਲੈ ਕੇ ਧਰਤੀ 'ਤੇ ਡਿੱਗ ਪਈ ਅਤੇ ਪੈਂਦੇ ਖਾਂ ਮਾਰਿਆ ਗਿਆ। ਜਿਉਂ ਹੀ ਪੈਂਦੇ ਖਾਂ ਮਾਰਿਆ ਗਿਆ, ਦੁਸ਼ਮਣ ਦੀ ਫੌਜ ਭੱਜ ਲਈ ਦਿੱਲੀ ਨੂੰ ਵਾਪਸ। ਗੁਰੂ ਮਹਾਰਾਜ ਸੋਚਿਆ ਵੀ ਇੱਥੇ ਰਹਿਣਾ ਵੀ ਠੀਕ ਨਹੀਂ ਹੈ। ਜੋ ਚਾਹੁੰਦੇ ਤਾਂ ਧੀਰਮਲ ਨੂੰ ਵੀ ਮਾਰ ਸਕਦੇ ਸਨ, ਕਿਉਂਕਿ ਵਿਰੋਧੀਆਂ ਨਾਲ ਰਲ ਗਿਆ ਸੀ, ਪਰ ਉਹਨੇ ਕਿਹਾ ਚੱਲ ਆਪਣੇ ਪੋਤਰੇ ਨੂੰ ਕੀ ਕਹਿਣਾ। ਗੁਰੂ ਮਹਾਰਾਜ ਪਰਿਵਾਰ ਸਮੇਤ ਉੱਥੋਂ ਕੀਰਤਪੁਰ ਸਾਹਿਬ ਆ ਗਏ, ਕਿਉਂਕਿ ਬਾਬਾ ਗੁਰਦਿੱਤਾ ਜੀ ਨੇ ਉਹਨੇ ਜਿਹਨੂੰ ਕੀਰਤਪੁਰ ਨਗਰ ਵਸਾ ਲਿਆ ਸੀ। ਉਹਨੇ ਸੁਨੇਹਾ ਭੇਜਿਆ ਵੀ ਤਿਆਰ ਹੈ, ਤੁਸੀਂ ਇੱਥੇ ਆ ਜਾਓ। ਗੁਰੂ ਮਹਾਰਾਜ ਪਰਿਵਾਰ ਸਮੇਤ ਕੀਰਤਪੁਰ ਸਾਹਿਬ ਚਲੇ ਗਏ। ਚਲੋ ਉਸ ਇਲਾਕੇ 'ਚ ਪ੍ਰਚਾਰ ਕਰਦੇ ਰਹੇ ਹੋ। ਇਹ 1635-36 ਦੇ ਵਿੱਚ ਗੁਰੂ ਮਹਾਰਾਜ ਉੱਥੇ ਗਏ ਕਿ 1635 ਦੇ ਵਿੱਚ ਅਖੀਰਲੀ ਲੜਾਈ ਮੁਗਲ ਨਾਲ ਗੁਰੂ ਮਹਾਰਾਜ ਦੀ ਹੋਈ ਸੀ, ਇਹ ਜਿਹਦੇ ਪੈਂਦੇ ਖਾਂ ਮਾਰੇ ਗਏ। 36 ਦੇ ਵਿੱਚ ਆਪ ਜੀ ਉੱਥੇ ਚਲੇ ਕੀਰਤਪੁਰ ਸਾਹਿਬ। 1638 ਈਸਵੀ 'ਚ ਆਪ ਜੀ ਦੇ ਵੱਡੇ ਸਾਹਿਬਜ਼ਾਦੇ ਬਾਬਾ ਗੁਰਦਿੱਤਾ ਜੀ ਸ਼ਿਕਾਰ ਖੇਡ ਰਹੇ ਸੀ। ਸ਼ਿਕਾਰ ਖੇਡਦਿਆਂ ਇੱਕ ਗਊ ਮਾਰੀ ਗਈ। ਉਹ ਤਾਂ ਪੜਤਣ ਦਾ ਰੌਲਾ ਪੜਾ ਸ਼ੁਰੂ ਕਰਤਾ, ਗਊ ਮਾਰਤੀ। ਬਾਬਾ ਗੁਰਦਿੱਤਾ ਸੋਚਿਆ ਵੀ ਨਵੇਂ ਇੱਥੇ ਆਏ ਹਾਂ, ਐਵੇਂ ਸਿਆਪਾ ਖੜਾ ਹੋਵੇਗਾ। ਬਾਬਾ ਗੁਰਦਿੱਤਾ ਜੀ ਨੇ ਆਪਣੀ ਸ਼ਕਤੀ ਵਰਤਾ ਕੇ ਮਰੀ ਹੋਈ ਗਾਂ ਨੂੰ ਜਿਉਂਦਿਆਂ ਕਰਤਾ। ਜਦੋਂ 6ਵੇਂ ਪਾਤਸ਼ਾਹ ਨੂੰ ਪਤਾ ਲੱਗਾ, ਉਹਨਾਂ ਸੱਦਿਆ, ਕਹਿ ਤੂੰ ਬਹੁਤ ਮਾੜਾ ਕੀਤਾ, ਜਿਹਦਾ ਡੰਗਰ ਮਰ ਜਾਏਗਾ ਉਹ ਤਾਂ ਸਾਡੇ ਕੋਲ ਇੱਥੇ ਲੈ ਗਿਆ, ਮੇਰਾ ਜਿਉਂਦਾ ਕਰੋ ਜੀ। ਅਸੀਂ ਕਿਹਨੂੰ ਜਿਉਂਦਾ ਕਰਾਂਗੇ, ਤੂੰ ਬਹੁਤ ਮਾੜਾ ਕੀਤਾ। ਕਹਿ ਜੀ ਫਿਰ ਮੈਂ ਕੀ ਕਰਾਂ? ਕਹਿ ਜਾਂ ਤੇ ਗਊ ਮਾਰ ਜਾਂ ਫਿਰ ਆਪ ਮਰ। ਕਹਿ ਜੀ ਹੁਣ ਗਊ ਤਾਂ ਕੀ ਮਾਰਨੀ ਹੈ, ਫਿਰ ਇਹ ਰੌਲਾ ਪਾਉਣਗੇ, ਸਿਆਪਾ ਖੜਾ ਕਰਨਗੇ, ਮੈਂ ਆਪ ਹੀ ਮਰ ਜਾਣਾ। ਜਿੱਥੇ ਬਾਬਾ ਗੁਰਦਿੱਤਾ ਜੀ ਦਾ ਸਥਾਨ ਬਣਿਆ ਹੋਇਆ, ਆਪ ਜੀ ਜਾਂਦੇ ਰਹਿੰਦੇ, ਉਸ ਸਥਾਨ 'ਤੇ ਆਪ ਜੀ ਜਪਜੀ ਸਾਹਿਬ ਦਾ ਪਾਠ ਕੀਤਾ, ਲੇਟ ਕੇ ਚਿੱਟੀ ਚਾਦਰ ਉੱਤੇ ਲੈ ਲਈ, ਸਰੀਰ ਤਿਆਗ ਦਿੱਤਾ। ਉੱਥੇ ਸਰੀਰ ਤਿਆਗ ਦਿੱਤਾ, ਕਿਉਂਕਿ ਗੁਰੂ ਮਹਾਰਾਜ ਨਹੀਂ ਸੀ ਚਾਹੁੰਦੇ ਕਿ ਅਸੀਂ ਪਰਮਾਤਮਾ ਦੇ ਕੰਮਾਂ 'ਚ ਜਿਹੜਾ ਹੈ ਕੋਈ ਖਲਲ ਪਾਈਏ। ਕਿਉਂਕਿ ਜਿਹੜਾ ਧਾਰਮਿਕ, ਵਾਕਈ ਧਾਰਮਿਕ ਬੰਦਾ ਹੁੰਦਾ, ਅਸੀਂ ਧਰਮ ਪੜ੍ਹਿਆ ਨਾ, ਅਸੀਂ ਅੰਦਰੋਂ ਧਾਰਮਿਕ ਅਜੇ ਨਹੀਂ ਹਾਂ। ਜੋ ਵਿਸ਼ਵਾਸ ਰੱਬ ਅਤੇ ਗੁਰਬਾਣੀ 'ਚ ਗੁਰੂਆਂ ਨੇ ਪ੍ਰਗਟ ਕੀਤਾ, ਸਾਡੇ ਦਾ ਪਤਾ ਨਹੀਂ ਕਿਹੜੇ ਜਨਮ 'ਚ ਜਾ ਕੇ ਇੰਨਾ ਵਿਸ਼ਵਾਸ ਬਣੇਗਾ। ਉਹ ਕਹਿੰਦੇ ਪਰਮਾਤਮਾ ਜੋ ਕਰ ਰਿਹਾ ਠੀਕ ਕਰ ਰਿਹਾ, ਉਹਦੀ ਕਿਸੇ ਗੱਲ 'ਚ ਕੋਈ ਰੁਕਾਵਟ ਨਹੀਂ ਪਾਉਣੀ ਚਾਹੀਦੀ, ਚਾਹੇ ਤੁਸੀਂ ਰਿੱਧੀਆਂ ਸਿੱਧੀਆਂ ਦੇ ਮਾਲਕ ਕਿਉਂ ਨਾ ਹੋ, ਚਾਹੇ ਤੁਸੀਂ ਬ੍ਰਹਮ ਗਿਆਨੀ ਕਿਉਂ ਨਾ ਹੋ ਜਾਓ। ਉਹ ਕਹਿੰਦੇ ਪਰਮਾਤਮਾ ਜੋ ਕਰ ਰਿਹਾ ਠੀਕ ਕਰ ਰਿਹਾ, ਜੋ ਮਾਰ ਰਿਹਾ ਉਹਦੇ ਹੁਕਮ ਨਾਲ ਮਾਰ ਰਿਹਾ। ਕਿ ਮਾਰੈ ਰਾਖੈ ਏਕੋ ਆਪ, ਮਾਨਸ ਕੇ ਕਿਛ ਨਾਹੀਂ ਹਾਥ। ਮਾਰਨ ਵਾਲਾ ਵੀ ਉਹ ਅਤੇ ਜਿਉਂਦਾ ਕਰਨ ਵਾਲਾ ਵੀ ਉਹ। ਇਸ ਲਈ ਜੇ ਤੀਸਰੇ ਪਾਤਸ਼ਾਹ ਦਾ ਸਮਾਂ ਸੀ ਤਾਂ ਇੱਕ ਲੰਗੜਾ ਸਿੱਖ ਰੋਜ਼ ਦਹੀਂ ਲੈ ਕੇ ਜਾਇਆ ਕਰਦਾ ਸੀ ਤੀਸਰੇ ਪਾਤਸ਼ਾਹ ਲਈ। ਇੱਕ ਦਿਨ ਬਹੁਤ ਹਨੇਰੀ ਚੜ੍ਹ ਆਈ, ਉਹਨੇ ਕਿਹਾ ਵੀ ਦਹੀਂ ਦੇ ਵਿੱਚ ਕਿਤੇ ਕਿਰਕ ਨਾ ਪੈ ਜਾਏ। ਉਹਨੇ ਅਰਦਾਸ ਕਰਤੀ ਵੀ ਸੱਚੇ ਪਾਤਸ਼ਾਹ ਮੈਂ ਦਹੀਂ ਲੈ ਕੇ ਜਾਣਾ, ਇਹ ਹਨੇਰੀ ਬੰਦ ਹੋਣੀ ਚਾਹੀਦੀ ਹੈ। ਹਨੇਰੀ ਬੰਦ ਹੋ ਗਈ, ਪਹੁੰਚਿਆ ਸਿੱਖ ਸੀ, ਹੁਣ ਹਨੇਰੀ ਬੰਦ ਹੋ ਗਈ। ਦਹੀਂ ਲੈ ਕੇ ਤੀਸਰੇ ਪਾਤਸ਼ਾਹ ਕੋਲ ਚਲੇ। ਤੀਸਰੇ ਪਾਤਸ਼ਾਹ ਕਹਿੰਦੇ ਅਸੀਂ ਨਹੀਂ ਤੇਰਾ ਦਹੀਂ ਖਾਣਾ। ਕਹਿ ਜੀ ਕੀ ਗੱਲ? ਕਹਿ ਜਦੋਂ ਹਨੇਰੀ ਆਈ ਸੀ ਤੂੰ ਕਿਉਂ ਰੋਕੀ ਹੈ? ਜੀ ਮੈਂ ਸੋਚਿਆ ਕਿਰਕ ਪੈ ਜਾਏਗੀ। ਕਹਿੰਦੇ ਮਤਲਬ ਪਰਮਾਤਮਾ ਪਾਗਲ ਹੈ? ਕਹਿ ਤੂੰ ਬਹੁਤ ਵੱਡਾ ਪਾਪ ਕੀਤਾ। ਉਹ ਕਹਿੰਦਾ ਜੀ ਮੈਂ ਐਸਾ ਕਿਹੜਾ ਪਾਪ ਕੀਤਾ ਹਨੇਰੀ ਰੋਕ ਕੇ? ਕਹਿੰਦੇ ਐਸੀਆਂ ਥਾਵਾਂ ਹੁੰਦੀਆਂ ਜਿੱਥੇ ਅਨਾਜ ਉਂਝ ਨਹੀਂ ਪਹੁੰਚ ਸਕਦਾ ਕਿਸੇ ਤਰ੍ਹਾਂ ਵੀ, ਉੱਥੇ ਰਹਿੰਦੇ ਨੇ ਜੀਵ। ਇਹ ਹਨੇਰੀ ਰਾਹੀਂ ਪਰਮਾਤਮਾ ਨੇ ਲੱਖਾਂ
ਕਰੋੜਾਂ ਜੀਵਾਂ ਤੱਕ ਉਹਨਾਂ ਦਾ ਅਨਾਜ ਪਹੁੰਚਾਉਣਾ ਸੀ, ਤੂੰ ਰੋਕ ਕੇ ਉਹਨਾਂ ਨੂੰ ਭੁੱਖਿਆ ਮਾਰਤਾ, ਤੂੰ ਬਹੁਤ ਮਾੜਾ ਕੀਤਾ, ਇਹ ਨਹੀਂ ਕਰਨਾ ਅੱਗੇ ਤੋਂ। ਚਲੋ ਅਗਲੇ ਮਾਫੀ ਮੰਗ ਲਈ। ਸਾਨੂੰ ਅਜੀਬ ਲੱਗਦਾ ਨਾ, ਇਹ ਤਾਂ ਕੋਈ ਥੋੜ੍ਹੀ ਬਹੁਤੀ ਗੱਲ ਵੀ ਹੋਵੇ ਤਾਂ ਵੀ ਅਰਦਾਸਾਂ ਲੱਗ ਜਾਇਆ ਕਰਨ, ਕਿਉਂਕਿ ਉਹ ਤਾਂ ਬ੍ਰਹਮ ਗਿਆਨੀ ਸਨ। ਸਾਡੇ ਅਤੇ ਉਹਨਾਂ 'ਚ ਫਰਕ ਹੈ, ਸਾਡੇ ਅਤੇ ਉਹਨਾਂ 'ਚ ਫਰਕ ਹੈ, ਇਸ ਲਈ ਅਸੀਂ ਤਾਂ ਅਰਦਾਸਾਂ ਕਰਨੀਆਂ। ਪਰ ਜਿਨ੍ਹਾਂ ਨੂੰ ਗਿਆਨ ਹੈ ਕਿ ਜੇ ਪਰਮਾਤਮਾ ਨੇ ਹਨੇਰੀ ਚਲਾਈ ਹੈ, ਇਹਦੇ ਮਗਰ ਵੀ ਕਿਸੇ ਦਾ ਕੋਈ ਭਲਾ ਹੋਣਾ, ਉਹ ਤਾਂ ਚਲਾਈ ਹੈ। ਤਾਂ ਗੁਰੂ ਮਹਾਰਾਜ ਕਹਿੰਦੇ ਸੀ ਕਿ ਭਾਈ ਪਰਮਾਤਮਾ ਦੇ ਕੰਮਾਂ 'ਚ ਕੋਈ ਖਲਲ ਨਹੀਂ ਪਾਈਦਾ। ਜਦੋਂ ਪੀਰ ਮੀਆਂ ਮੀਰ ਨੇ ਪੰਚਮ ਪਾਤਸ਼ਾਹ ਕੋਲ ਲਾਹੌਰ ਆਏ, ਜੋ ਦੇਖਿਆ ਵੀ ਹੈ ਇੰਨਾ ਜ਼ੁਲਮ, ਉਹ ਕਦੇ ਗੁਰੂ ਮਹਾਰਾਜ ਮੈਂ ਇੰਨਾ ਜ਼ੁਲਮ ਤੁਹਾਡੇ 'ਤੇ ਨਹੀਂ ਵੇਖ ਸਕਦਾ, ਮੈਨੂੰ ਹੁਕਮ ਕਰੋ, ਮੈਂ ਲਾਹੌਰ ਅਤੇ ਦਿੱਲੀ ਦੀ ਇੱਟ ਨਾਲ ਇੱਟ ਖੜਕਾ ਦਾਂਗਾ। ਗੁਰੂ ਮਹਾਰਾਜ ਕਹਿੰਦੇ ਪੀਰ ਜੀ, ਸਾਨੂੰ ਪਰਮਾਤਮਾ ਦਾ ਹੁਕਮ ਹੈ ਕਿ ਤੁਸੀਂ ਤੱਤੀ ਤਵੀ 'ਤੇ ਬਹਿਣਾ, ਬਸ ਅਸੀਂ ਉਹਦੇ ਹੁਕਮ 'ਚ ਬੈਠੇ ਹਾਂ, ਅਸੀਂ ਉਹਦੀ ਰਜ਼ਾ 'ਚ ਬੈਠੇ ਹਾਂ। ਤਵੀ ਠੰਡੀ ਅਸੀਂ ਕਰ ਸਕਦੇ ਹਾਂ, ਪਰ ਨਹੀਂ, ਅਸੀਂ ਕਰਨੀ ਨਹੀਂ ਹੈ, ਅਸੀਂ ਕੋਈ ਕਰਾਮਾਤ ਨਹੀਂ ਵਿਖਾਣੀ ਹੈ, ਅਸੀਂ ਉਸਦੀ ਰਜ਼ਾ ਵਿੱਚ ਰਹਿਣਾ ਹੈ। ਸਾਰਾ ਸਿੱਖ ਇਤਿਹਾਸ ਜਿਹੜਾ ਹੈ ਇਹ ਇਸੇ ਗੱਲ 'ਤੇ ਹੈ, ਹੁਕਮ ਰਜ਼ਾਈ ਚੱਲਣਾ ਨਾਨਕ ਲਿਖਿਆ ਨਾਲ, ਉਹਦੀ ਰਜ਼ਾ ਵਿੱਚ ਜਿਉਣਾ ਹੈ। ਤਾਂ ਹੀ ਜਦੋਂ ਕੋਈ ਗੁਰੂ ਮਹਾਰਾਜ ਦਾ ਆਪਣਾ ਸਪੁੱਤਰ ਜਾਂ ਕੋਈ ਗੁਰਸਿੱਖ ਪਰਮਾਤਮਾ ਦੀ ਰਜ਼ਾ ਦੇ ਵਿੱਚ ਕੋਈ ਰੁਕਾਵਟ ਪਾਉਂਦਾ ਸੀ, ਫਿਰ ਗੁਰੂ ਮਹਾਰਾਜ ਉਸ ਨਾਲ ਨਾਰਾਜ਼ ਹੁੰਦੇ ਸਨ ਕਿ ਤੂੰ ਇਹ ਠੀਕ ਨਹੀਂ ਕੀਤਾ। ਇਸ ਕਰਕੇ ਬਾਬਾ ਗੁਰਦਿੱਤਾ ਜੀ ਨਾਲ ਵੀ ਨਾਰਾਜ਼ਗੀ ਪ੍ਰਗਟ ਕੀਤੀ ਗੁਰੂ ਮਹਾਰਾਜ ਨੇ ਕਿ ਤੂੰ ਜਿਹੜਾ ਹੈ ਇਹ ਭਰੀ ਹੋਈ ਗਊ ਨੂੰ ਜਿਉਂਦਿਆਂ ਕਰ ਦਿੱਤਾ ਹੈ। ਕਹਿੰਦੇ ਤੂੰ ਨਹੀਂ ਮਾਰੀ ਗਊ, ਤੂੰ ਤੇ ਸਾਧਨ ਸੀ, ਗਾਂ ਤੇ ਪਰਮਾਤਮਾ ਨੇ ਮਾਰੀ ਸੀ, ਸਿਰਫ ਇਹਨੇ ਤੇਰੇ ਰਾਹੀਂ ਮਰਵਾਈ, ਤੂੰ ਫਿਰ ਆਪਣੀ ਸ਼ਕਤੀ ਵਰਤਾ ਕੇ ਉਹਨੂੰ ਜਿਉਂਦਿਆਂ ਕਰ ਦਿੱਤਾ ਹੈ, ਤੂੰ ਭਾਣੇ ਦੇ ਵਿਰੁੱਧ ਚੱਲਿਆ ਹੈ। ਸੋ ਗੁਰੂ ਮਹਾਰਾਜ ਉੱਥੇ ਪ੍ਰਚਾਰ ਕਰ ਰਹੇ ਦੁਆਲੇ 'ਚ, ਕਿਉਂਕਿ ਆਪ ਜੀ 36 'ਚ ਆ ਗਏ ਸਨ ਅਤੇ ਗੁਰੂ ਮਹਾਰਾਜ 44 ਦੇ ਵਿੱਚ 8 ਸਾਲ ਗੁਰੂ ਮਹਾਰਾਜ ਕੀਰਤਪੁਰ ਸਾਹਿਬ ਦੇ ਇਲਾਕੇ 'ਚ ਰਹੇ। ਆਪ ਜੀ ਨੂੰ ਬੇਨਤੀ ਹੈ, ਜਦੋਂ ਵੀ ਕੀਰਤਪੁਰ ਸਾਹਿਬ ਜਾਵੋ, ਮੈਂ ਦੇਖਿਆ 96-97% ਲੋਕ ਬਾਬਾ ਗੁਰਦਿੱਤਾ ਜੀ ਅਤੇ ਪੀਰ ਬੁੱਢੜ ਸ਼ਾਹ ਤੱਕ ਹੀ ਜਾਂਦੇ ਨੇ। ਜਿਹੜਾ ਅਸਲੀ ਸਥਾਨ ਹੈ, ਜਿੱਥੇ 6ਵੇਂ ਪਾਤਸ਼ਾਹ ਰਹੇ, ਜਿੱਥੇ 7ਵੇਂ ਪਾਤਸ਼ਾਹ ਰਹੇ, 8ਵੇਂ ਪਾਤਸ਼ਾਹ ਕੀਰਤਪੁਰ ਸਾਹਿਬ 'ਚ ਪੈਦਾ ਹੋਏ, 9ਵੇਂ ਪਾਤਸ਼ਾਹ ਵੀ ਉੱਥੇ ਰਹੇ, ਉਹਨਾਂ ਭਜਨ ਬੰਦਗੀ ਕੀਤੀ। ਜਿੱਥੇ 4 ਗੁਰੂ ਰਹੇ ਹੋਏ ਹੁਣ, ਉਹ ਤਾਂ ਥਾਂ ਹੀ ਨਹੀਂ ਬਹੁਤੇ ਲੋਕਾਂ ਨੇ ਵੇਖਿਆ, ਉੱਥੇ ਅੰਦਰ ਸ਼ਹਿਰ 'ਚ। ਅਸਲ ਥਾਂ ਤਾਂ ਉਹ ਹੈ। ਅਤੇ ਜਦੋਂ ਮੈਂ ਕਦੇ ਵੀ ਜਾਂਦਾ ਤਾਂ ਮੈਂ ਉਹਨਾਂ ਨੂੰ ਪੁੱਛਦਾ ਜੀ ਹੈ ਵੀ ਇੱਥੇ ਤਾਂ ਰੌਣਕ ਹੀ ਕੋਈ ਨਹੀਂ, ਵੀ ਇੱਥੇ ਤਾਂ ਜਿੱਥੇ 4 ਪਾਤਸ਼ਾਹ ਰਹੇ ਉੱਥੇ ਰੌਣਕ ਕੋਈ ਨਹੀਂ, ਜਿੱਥੇ ਗੁਰੂ ਦੇ ਸਿੱਖ ਰਹੇ ਉੱਥੇ ਇੰਨੀ ਰੌਣਕ ਹੈ, ਉੱਥੇ ਇੰਨੀ ਰੌਣਕ ਹੈ। ਪੀਰ ਬੁੱਢੜ ਸ਼ਾਹ ਦੇ ਪੂਰੀ ਰੌਣਕ ਰਹਿੰਦੀ ਹੈ, ਬਾਬਾ ਗੁਰਦਿੱਤਾ ਸਾਹਿਬ ਦੇ ਪੂਰੀ ਰੌਣਕ ਰਹਿੰਦੀ ਹੈ, ਅਤੇ ਜਿੱਥੇ 4 ਗੁਰੂ ਮਹਾਰਾਜ ਰਹੇ ਉੱਥੇ ਰੌਣਕ ਹੀ ਕੋਈ ਨਹੀਂ ਹੁੰਦੀ। ਮੈਂ ਤੁਸੀਂ ਵੱਡੇ ਵੱਡੇ ਬੋਰਡ ਨਹੀਂ ਲਾਏ ਹਨ, ਤੁਹਾਨੂੰ ਬਾਬਾ ਗੁਰਦਿੱਤਾ ਜੀ ਦੇ ਉੱਥੇ ਸਥਾਨ 'ਤੇ ਵੱਡੇ ਵੱਡੇ ਬੋਰਡ ਲਾਉਣੇ ਚਾਹੀਦੇ ਨੇ ਕਿ ਭਾਈ ਜਿਹੜਾ ਅਸਲ ਸਥਾਨ ਹੈ ਅੰਦਰ ਸ਼ਹਿਰ 'ਚ ਹੈ, ਸਾਰੇ ਸਿੱਖ ਉੱਥੇ ਜ਼ਰੂਰ ਦਰਸ਼ਨ ਕਰਨ ਜਾਓ। ਪੀਰ ਬੁੱਢੜ ਸ਼ਾਹ ਦੇ ਉੱਥੇ ਬੋਰਡ ਅੱਗੇ ਲਾ ਦਿਓ ਤਾਂ ਜੋ ਲੋਕਾਂ ਨੂੰ ਪਤਾ ਲੱਗੇ, ਲੋਕ ਅਸਲੀ ਸਥਾਨ ਦੇ ਜਾ ਕੇ ਦਰਸ਼ਨ ਕਰਨ। ਦੇਖੋ ਕੀਰਤਪੁਰ ਸਾਹਿਬ ਦੇ ਵਿੱਚ 8ਵੇਂ ਪਾਤਸ਼ਾਹ ਦਾ ਪ੍ਰਕਾਸ਼ ਹੋਇਆ ਸੀ, ਉਹ ਸਥਾਨ ਹੈ, ਉੱਥੇ ਗੁਰਦੁਆਰਾ ਸਾਹਿਬ ਬਣਿਆ ਹੋਇਆ ਹੈ। ਸੋ ਇਸ ਲਈ ਜਿਵੇਂ ਮੈਂ ਇੱਕ ਵਾਰੀ ਪਹਿਲਾਂ ਵੀ ਦੱਸਿਆ ਸੀ, ਮੈਂ ਅਤੇ ਆਜ਼ਾਦ ਸਿੰਘ ਦਾ ਲੜਕਾ ਸਿਮਰ, ਸਾਡੀ ਮਹਾਂਪੁਰਖਾਂ ਨੇ ਡਿਊਟੀ ਲਾਤੀ ਵੀ ਉੱਥੇ 11 ਦਿਨ ਜਾ ਕੇ ਸੇਵਾ ਕਰੋ ਹਰਿਮੰਦਰ ਸਾਹਿਬ। ਚਲੋ
ਦੂਜੇ ਤੀਜੇ ਦਿਨ ਮੇਰੀ ਇੱਛਾ ਹੋਈ ਬਈ ਚੌਥੇ ਪਾਤਸ਼ਾਹ ਨੇ ਇਹ ਨਗਰ ਵਸਾਇਆ, ਠੀਕ ਹੈ, ਆਹਰ ਕੋ ਕਿਤੇ ਰਹੇ ਤਾਂ ਹੋਣਗੇ ਨਾ। ਚੌਥੇ ਪਾਤਸ਼ਾਹ ਤੋਂ ਬਾਅਦ ਪੰਚਮ ਪਾਤਸ਼ਾਹ ਨੇ ਜਿਹੜਾ ਹਰਿਮੰਦਰ ਸਾਹਿਬ ਬਣਾਇਆ ਉਹ ਵੀ ਇੱਥੇ ਰਹੇ। ਛੇਵੇਂ ਪਾਤਸ਼ਾਹ ਵੀ ਅੰਮ੍ਰਿਤਸਰ 'ਚ ਹੀ ਪੈਦਾ ਹੋਏ, ਨੌਵੇਂ ਪਾਤਸ਼ਾਹ ਵੀ ਅੰਮ੍ਰਿਤਸਰ 'ਚ ਹੀ ਪੈਦਾ ਹੋਏ। ਵੀ ਆਹਰ ਕਿੱਥੇ ਰਹਿੰਦੇ ਹੋਣਗੇ? ਮੈਂ ਕਈਆਂ ਬਰਛਿਆਂ ਵਾਲਿਆਂ ਨੂੰ ਪੁੱਛਿਆ ਕਿ ਸਾਨੂੰ ਤਾਂ ਪਤਾ ਨਹੀਂ। ਮੈਂ ਕਮਾਲ ਹੈ। ਮੈਂ ਗੇਟ 'ਚੋਂ ਬਾਹਰ ਨਿਕਲਿਆ, ਇੱਕ ਨੌਜਵਾਨ ਮੁੰਡਾ ਮੈਨੂੰ ਮਿਲਿਆ। ਮੈਂ ਜੀ ਜਿੱਥੇ ਗੁਰੂ ਮਹਾਰਾਜ ਨੇ ਰਹਿ ਕੇ ਇਸ ਸਾਰਾ ਨਗਰ ਵਸਾਇਆ ਉਹ ਕਿੱਥੇ ਥਾਂ ਹੈ? ਕਹਿੰਦੇ ਉੱਥੇ ਨੇੜੇ ਹੀ ਹੈ ਜੀ, ਗੁਰੂ ਕੇ ਲਾਹੌਰ ਨੂੰ ਕਹਿੰਦੇ ਨੇ ਨਾ, ਗੁਰੂ ਕੇ ਮਹਿਲ। ਗੁਰੂ ਕੇ ਮਹਿਲ ਰਹਿੰਦੇ ਨੇ। ਆਹ ਸੌੜੀ ਜੀ ਗਲੀ ਜਾਂਦੀ ਹੈ, ਥਾਂ ਥਾਂ 'ਤੇ ਲਿਖਿਆ ਹੋਇਆ ਹੈ, ਉਹ ਚਲੇ ਜਾਓ ਅਤੇ ਜਿਹੜਾ ਹੈ ਉਹ ਜੇ ਅਸਲ ਜਿੱਥੇ ਉਹ ਸਥਾਨ ਬਣਿਆ ਹੋਇਆ ਹੈ ਵਸਾਇਆ ਹੀ ਉਹ ਇਲਾਕਾ ਸੀ ਪਹਿਲਾਂ। ਉਹ ਬੜੇ ਸੌੜੀਆਂ ਗਲੀਆਂ ਨੇ ਉੱਥੇ। ਉਹ ਉਹਨਾਂ ਥਾਂ ਗੁਰੂ ਮਹਾਰਾਜ ਨੇ ਪਹਿਲਾਂ ਵਸਾਇਆ ਸੀ ਅਤੇ ਬਾਅਦ ਦੇ ਫਿਰ ਨਗਰ ਜਿਹੜਾ ਹੈ ਬਾਅਦ 'ਚ ਆਲੇ ਦੁਆਲੇ ਵਸ ਗਿਆ। ਚਲੋ ਹੁਣ ਤਾਂ ਕਾਰ ਸੇਵਾ ਵਾਲਿਆਂ ਨੇ ਉੱਥੇ ਵਧੀਆ ਗੁਰਦੁਆਰਾ ਬਣਾਤਾ ਹੈ, ਲੰਗਰ ਲੰਗਰ ਵਧੀਆ ਚੱਲਦਾ ਹੈ। ਤਾਂ ਮੈਂ ਉਦੋਂ ਜਾ ਕੇ ਦੇਖਿਆ, ਉਹ ਸਥਾਨ ਦੇਖਿਆ ਅਤੇ ਮੈਨੂੰ ਬੜਾ ਹੋਈ ਹੈਰਾਨੀ ਠੀਕ ਸੀ। ਵੱਡੇ ਵੱਡੇ ਬੋਰਡ ਹੀ ਨਹੀਂ ਹਰਿਮੰਦਰ ਸਾਹਿਬ ਦੇ ਆਲੇ ਦੁਆਲੇ ਲਾਏ ਕਿ ਭਾਈ ਜਿਹੜਾ ਵੀ ਹਰਿਮੰਦਰ ਸਾਹਿਬ ਆਵੇ ਉਹ ਗੁਰੂ ਕੇ ਮਹਿਲ ਉਹ ਜ਼ਰੂਰ ਦੇਖ ਕੇ ਆਓ, ਦਰਸ਼ਨ ਕਰਕੇ ਆਓ, ਕਿਉਂਕਿ ਚੌਥੇ ਪਾਤਸ਼ਾਹ ਉੱਥੇ ਰਹੇ, ਪੰਚਮ ਪਾਤਸ਼ਾਹ ਰਹੇ, ਛੇਵੇਂ ਪਾਤਸ਼ਾਹ ਰਹੇ, ਨੌਵੇਂ ਪਾਤਸ਼ਾਹ ਰਹੇ। ਸਾਨੂੰ ਆਪਣੇ ਗੁਰੂਆਂ ਦੇ ਸਥਾਨਾਂ ਦਾ ਗਿਆਨ ਹੋਣਾ ਚਾਹੀਦਾ। ਪਰ ਮੈਂ ਦੇਖਿਆ ਬਹੁਤੀ ਦੁਨੀਆ ਹਰਿਮੰਦਰ ਸਾਹਿਬ ਤੱਕ ਜਾਂਦੀ ਹੈ ਅਤੇ ਜਾਂ ਕੁਝ ਜਿਹੜੇ ਲੋਕ ਨੇ ਉਹ ਜਿਹੜਾ ਸ਼ਹੀਦਾਂ ਦਾ ਗੁਰਦੁਆਰਾ ਹੈ ਉੱਥੇ ਵੱਧ ਜਾਂਦੇ ਨੇ। ਉਹ ਤਾਂ ਇਸ ਲਈ ਬਾਬਾ ਦੀਪ ਸਿੰਘ ਨਾਲ ਡਰਦੇ ਨੇ, ਖੜਕੇ ਦੜਕੇ ਵਾਲੇ ਸਾਨੂੰ ਮੈਂ ਦੇਖਿਆ ਖੜਕੇ ਦੜਕੇ ਵਾਲੇ ਤੋਂ ਵੀ ਡਰਦੇ ਨੇ ਲੋਕ, ਉੱਥੇ ਵੀ ਜ਼ਰੂਰ ਜਾਂਦੇ ਨੇ। ਹਾਂਜੀ, ਖੈਰ ਮੇਰੇ ਕਹਿਣ ਦਾ ਭਾਵ ਹੈ ਕਿ ਸਾਨੂੰ ਪਤਾ ਹੋਣਾ ਚਾਹੀਦਾ। ਅਨੰਦਪੁਰ ਸਾਹਿਬ ਜਾਂਦੇ ਹਾਂ, ਮੈਂ ਦੇਖਿਆ ਜਿਹੜਾ ਸਭ ਤੋਂ ਕੇਸਗੜ੍ਹ ਸਾਹਿਬ ਗੁਰਦੁਆਰਾ ਹੈ, ਬਹੁਤੇ ਲੋਕ ਉੱਥੇ ਦਰਸ਼ਨ ਕਰਕੇ ਵਾਪਸ ਆ ਜਾਂਦੇ ਨੇ। ਗੁਰੂ ਤੇਗ ਬਹਾਦਰ ਮਹਾਰਾਜ ਜਿਸ ਘਰ 'ਚ ਰਹੇ, ਜਿਸ ਘਰ 'ਚ ਰਹੇ, ਜਿੱਥੇ ਦਸਵੇਂ ਪਾਤਸ਼ਾਹ ਵੀ ਰਹੇ, ਉਹ ਉੱਧਰ ਵੀ ਤਾਂ ਜ਼ਰੂਰ ਜਾਣਾ ਚਾਹੀਦਾ। ਵੀ ਹਾਂ ਗੁਰੂ ਮਹਾਰਾਜ ਤੇ ਭੋਰੇ ਦੇ ਦਰਸ਼ਨ ਕਰੋ ਜਾ ਕੇ, ਸਾਰਾ ਜਾਣਾ ਚਾਹੀਦਾ। ਵੱਡੇ ਵੱਡੇ ਬੋਰਡ ਲਾਉਣੇ ਚਾਹੀਦੇ ਨੇ ਤਾਂ ਜੋ ਆਮ ਸੰਗਤ ਨੂੰ ਪਤਾ ਲੱਗੇ ਵੀ ਹਾਂ ਅਸਲ ਸਥਾਨ ਕਿਹੜੇ ਨੇ, ਕਿੱਥੇ ਗੁਰੂ ਮਹਾਰਾਜ ਰਹੇ, ਕਿੱਥੇ ਰਹਿ ਕੇ ਉਹਨਾਂ ਨੇ ਜਿਹੜਾ ਇਹ ਨਗਰ ਵਸਾਇਆ, ਕੀ ਕੁਛ ਉੱਥੇ ਹੋਇਆ ਹੈ। ਸੋ ਇਹ ਵੀ ਸਾਨੂੰ ਗਿਆਨ ਮੈਂ ਤਾਂ ਵਿੱਚ ਦੱਸਿਆ ਕਿ ਜਿਹੜੇ ਕਿਤੇ ਵੀ ਜਾਓ ਉੱਥੇ ਸਾਰਾ ਪਤਾ ਕਰੋ ਕਿ ਭਾਈ ਇੱਥੇ ਕਿਹੜੀਆਂ ਵੇਖਣਯੋਗ ਥਾਵਾਂ ਨੇ ਜਿਹੜੇ ਗੁਰੂਆਂ ਨਾਲ ਸੰਬੰਧਿਤ ਨੇ। ਅਸੀਂ ਉਹਨਾਂ ਦੇ ਦਰਸ਼ਨ ਕਰੀਏ, ਦੀਦਾਰੇ ਕਰੀਏ, ਆਪਣਾ ਧੰਨਵਾਦ ਸਮਝੀਏ, ਮੱਥੇ ਟੇਕੀਏ ਉੱਥੇ। ਇਸ ਤਰ੍ਹਾਂ ਗੁਰੂ ਮਹਾਰਾਜ 1644 ਈਸਵੀ ਤੱਕ ਕੀਰਤਪੁਰ ਸਾਹਿਬ ਰਹੇ। 1644 ਈਸਵੀ ਦੇ ਵਿੱਚ ਉਹਨਾਂ ਦੇਖਿਆ ਵੀ ਸਾਡਾ ਅੰਤਮ ਸਮਾਂ ਆ ਗਿਆ ਹੈ। ਹਾਲਾਂਕਿ ਗੁਰੂ ਤੇਗ ਬਹਾਦਰ ਮਹਾਰਾਜ ਵੀ ਉਹਨਾਂ ਦੇ ਹੀ ਸਾਹਿਬਜ਼ਾਦੇ ਸਨ, ਛੇਵੇਂ ਪਾਤਸ਼ਾਹ, ਪਰ ਉਹਨਾਂ ਨੇ ਗੁਰੂ ਤੇਗ ਬਹਾਦਰ ਮਹਾਰਾਜ ਨੂੰ ਗੁਰਗੱਦੀ ਨਹੀਂ ਦਿੱਤੀ। ਆਪਣੇ ਪੋਤਰੇ ਵੱਡਾ ਪੁੱਤਰ ਬਾਬਾ ਗੁਰਦਿੱਤਾ ਜੀ, ਉਹਨਾਂ ਦੇ ਅੱਗੇ ਬਾਬਾ ਗੁਰਦਿੱਤੇ ਦੇ 2 ਪੁੱਤਰ ਸਨ, ਇੱਕ ਧੀਰਮਲ ਅਤੇ ਇੱਕ 7ਵੇਂ ਪਾਤਸ਼ਾਹ ਹਰ ਰਾਏ ਜੀ। ਧੀਰਮਲ ਕਿਉਂਕਿ ਵਿਰੋਧੀਆਂ ਨਾਲ ਰਲ ਗਿਆ ਸੀ, ਤਾਂ ਹੀ ਹੁਕਮ ਕੀਤਾ ਨਾ ਵੀ ਧੀਰਮਲੀਆਂ ਨਾਲ ਨਹੀਂ ਵਰਤਣਾ, ਇਹ ਮੀਣਿਆਂ ਨਾਲ ਨਹੀਂ ਵਰਤਣਾ। ਤੁਸੀਂ ਕਹੋ ਮੀਣੇ ਕਿਹਨੂੰ ਕਹਿੰਦੇ ਨੇ? ਪੰਚਮ ਪਾਤਸ਼ਾਹ ਦਾ ਜਿਹੜਾ ਵੱਡਾ ਭਰਾ ਸੀ ਪ੍ਰਿਥੀ ਚੰਦ, ਉਹਦੇ ਖਾਨਦਾਨ ਨੂੰ ਮੀਣੇ ਕਹਿੰਦੇ ਨੇ, ਇਹਨਾਂ ਨਾਲ ਨਹੀਂ ਵਰਤਣਾ ਕਹਿੰਦੇ। ਇਹ ਜਿਹੜੇ ਰਾਮ ਰਾਈਏ ਨੇ, 7ਵੇਂ ਪਾਤਸ਼ਾਹ ਦੇ ਅੱਗੇ 2 ਸੁਪੁੱਤਰ ਸਨ। ਰਾਮ ਰਾਏ ਵੱਡੇ ਸਨ। ਉਹ ਜਦੋਂ ਔਰੰਗਜ਼ੇਬ ਨੂੰ ਮਿਲਣ ਗਿਆ ਤਾਂ ਰਾਮ ਰਾਏ ਨੇ ਜਾ ਕੇ ਕਹਿਤਾ, ਜਦੋਂ ਔਰੰਗਜ਼ੇਬ ਨੇ ਪੁੱਛਿਆ
ਕਿ ਗੁਰੂ ਗ੍ਰੰਥ ਦੇ ਵਿੱਚ ਜਿਹੜਾ ਐ ਲਿਖਿਆ, ਮਿੱਟੀ ਮੁਸਲਮਾਨ ਕੀ ਪੇੜੇ ਪਈ ਘੁਮਿਆਰ ਘੜ ਪਾਂਡੇ ਇੱਟਾਂ ਕੀਆਂ ਜਲਦੀ ਕਰੇ ਪੁਕਾਰ ਕੀ, ਇਸ ਤਰ੍ਹਾਂ ਲਿਖਿਆ। ਰਾਮ ਰਾਏ ਜੀ ਨੇ ਕਿਹਾ ਵੀ ਉਹ ਲਿਖਿਆ ਤੇ ਆਈ ਹੈ, ਜੇ ਮੈਂ ਕਿਤੇ ਆਈ ਲਿਖਿਆ ਕਿਤੇ ਰਾਜਾ ਨਾਰਾਜ਼ ਹੀ ਨਾ ਹੋ ਜਾਏ, ਵਾਹਵਾ ਬਣੀ ਇਹਦੇ ਨਾਲ। ਉਹਨੇ ਇੱਕ ਸ਼ਬਦ ਬਦਲਦਾ, ਮਿੱਟੀ ਮੁਸਲਮਾਨ ਤੇ ਕਹਿੰਦਾ ਨਾ ਜੀ, ਮਿੱਟੀ ਬੇਈਮਾਨ ਦੀ ਲਿਖਿਆ ਸੀ, ਗੁਰੂ ਮਹਾਰਾਜ ਨੇ ਤਾਂ ਇਹ ਮਗਰੋਂ ਕਿਸੇ ਮੁਸਲਮਾਨ ਦੀ ਲਿਖਦਾ। ਚਲੋ ਤਸੱਲੀ ਹੋ ਗਈ, ਚੁੱਪ ਗਏ। ਗੁਰੂ ਮਹਾਰਾਜ ਦਾ ਪਤਾ ਲੱਗਾ, ਉਹ ਕਦੇ ਤੂੰ ਸਾਡੇ ਮੱਥੇ ਹੀ ਨਹੀਂ ਲੱਗਣਾ, ਮੱਥੇ ਲੱਗਣਾ। ਰਾਮ ਰਾਏ ਨੂੰ ਮੰਨਣ ਵਾਲੇ ਕਹਿੰਦੇ ਰਾਮ ਰਾਈਏ, ਅਤੇ ਕਹੇ ਰਾਮ ਰਾਈਆਂ ਨਾਲ ਨਹੀਂ ਵਰਤਣਾ, ਜਿਹੜੇ ਸਨ ਧੀਏ ਮੱਲੀਏ ਇਹਨਾਂ ਨਾਲ ਨਹੀਂ ਵਰਤਣਾ, ਜਿਹੜੇ ਮੀਣੇ ਨੇ ਇਹਨਾਂ ਨਾਲ ਨਹੀਂ ਵਰਤਣਾ। ਦਸਮ ਪਾਤਸ਼ਾਹ ਦਾ ਸਮਾਂ ਆ ਗਿਆ, ਕਈ ਉਹਨਾਂ ਨੂੰ ਮਿਲੇ, ਮਹਾਰਾਜ ਜੀ ਗਲਤੀ ਤਾਂ ਸਾਡੇ ਵੱਡੇ ਵਡੇਰਿਆਂ ਕੀਤੀ ਹੈ, ਸਾਡਾ ਕੀ ਕਸੂਰ ਹੈ ਵੀ ਠੀਕ। ਹੁਣ ਮੰਨ ਲਓ ਬਈ ਜਹਾਂਗੀਰ ਨੇ ਸਾਡੇ ਗੁਰੂ ਮਹਾਰਾਜ ਨੂੰ ਸ਼ਹੀਦ ਕੀਤਾ, ਔਰੰਗਜ਼ੇਬ ਨੇ 9ਵੇਂ ਪਾਤਸ਼ਾਹ ਨੂੰ ਸ਼ਹੀਦ ਕੀਤਾ। ਅਸੀਂ ਜੇ ਹੁਣ ਮੁਸਲਮਾਨਾਂ ਨੂੰ ਨਫ਼ਰਤ ਕਰਨ ਲੱਗ ਜੇ ਕਿ ਇਹਨਾਂ ਦੇ ਵੱਡੇ ਵਡੇਰਿਆਂ ਨੇ ਸਾਡੇ ਗੁਰੂ ਨੂੰ ਸ਼ਹੀਦ ਕੀਤਾ, ਤਾਂ ਸਾਡੀ ਸਿਆਣਪ ਨਹੀਂ ਹੈ, ਸਾਡੀ ਸਿਆਣਪ ਨਹੀਂ ਹੈ। ਤਾਂ ਉਹਨਾਂ ਨੇ ਆ ਕੇ ਦਸਮ ਪਾਤਸ਼ਾਹ ਨੂੰ ਬੇਨਤੀ ਕੀਤੀ ਵੀ ਸੱਚੇ ਪਾਤਸ਼ਾਹ ਸਾਡੇ ਨਾਲ ਤਾਂ ਕੋਈ ਵਰਤਦਾ ਹੀ ਨਹੀਂ ਹੈ, ਸਾਡੇ ਵੱਡੇ ਵਡੇਰਿਆਂ ਨੇ ਗਲਤੀ ਕੀਤੀ, ਸਾਡਾ ਕੀ ਕਸੂਰ ਹੈ। ਫਿਰ ਗੁਰੂ ਮਹਾਰਾਜ ਨੇ ਦਸਮ ਪਾਤਸ਼ਾਹ ਨੇ ਕਹਤੇ ਇਹਨਾਂ 'ਚੋਂ ਜਿਹੜਾ ਅੰਮ੍ਰਿਤ ਛਕ ਲਏਗਾ ਭਾਈ ਸਿੱਖ ਉਹਦੇ ਨਾਲ ਵਰਤਣਾ ਸ਼ੁਰੂ ਕਰ ਦੇਣ। ਤਾਂ ਹੌਲੀ ਹੌਲੀ ਇਹਨਾਂ ਲੋਕਾਂ ਦਾ ਖਹਿੜਾ ਛੁੱਟਿਆ। ਸੋ 1644 ਈਸਵੀ ਦੇ ਵਿੱਚ ਉਹਨਾਂ ਨੇ ਆਪਣੇ ਵੱਡੇ ਸਾਹਿਬਜ਼ਾਦੇ ਬਾਬਾ ਗੁਰਦਿੱਤਾ ਜੀ ਦੇ ਛੋਟੇ ਸਾਹਿਬਜ਼ਾਦੇ ਹਰ ਰਾਏ ਨੂੰ ਜਿਹੜਾ ਹੈ ਗੁਰਗੱਦੀ ਦਿੱਤੀ, ਅਤੇ ਆਪ ਕੀਰਤਪੁਰ ਸਾਹਿਬ ਦੇ ਵਿੱਚ ਹੀ ਜੋਤੀ ਜੋਤ ਸਮਾ ਗਏ। ਸੋ ਇਹ ਕਿਉਂਕਿ ਜੀਵਨ ਲੰਮੇਰਾ ਹੋਣ ਕਰਕੇ ਕਈਆਂ ਦੇ ਜੀਵਨ 'ਚ ਘਟਨਾਵਾਂ ਬਹੁਤ ਜ਼ਿਆਦਾ ਵਾਪਰਦੀਆਂ ਨੇ, ਉਹ ਫਿਰ ਸੰਖੇਪ ਰੂਪ ਵਿੱਚ ਦੱਸਣੀਆਂ ਪੈਂਦੀਆਂ ਨੇ, ਕਿਉਂਕਿ ਡਿਟੇਲ 'ਤੇ ਫਿਰ ਬਹੁਤ ਟਾਈਮ ਲੱਗਦਾ ਹੈ। ਇਸ ਕਰਕੇ ਸੰਖੇਪ ਰੂਪ 'ਚ 6ਵੇਂ ਪਾਤਸ਼ਾਹ ਦਾ ਜਿਹੜਾ ਹੈ ਆਪਾਂ ਨੇ ਜੀਵਨ ਸੰਗਤ ਨਾਲ ਸਾਂਝਾ ਕੀਤਾ, ਵੀ ਸਾਨੂੰ ਪਤਾ ਲੱਗੇ ਕਿ ਉਹਨਾਂ ਨੇ ਕਿਹੜੇ ਕਿਹੜੇ ਮਹਾਨ ਕੰਮ ਕੀਤੇ, ਜਿਸ ਕਾਰਨ ਉਹਨਾਂ ਨੂੰ ਜਿਹੜਾ ਹੈ ਬੰਦੀ ਛੋੜ ਗੁਰੂ ਵੀ ਕਿਹਾ ਜਾਂਦਾ ਹੈ। ਗੁਰੂਆਂ 'ਚੋਂ ਬਹਾਦਰ ਗੁਰੂ ਵੀ ਉਹਨਾਂ ਨੂੰ ਮੰਨਿਆ ਜਾਂਦਾ ਹੈ। 2 ਤਲਵਾਰਾਂ ਪਹਿਨਣ, ਮੀਰੀ ਪੀਰ ਦੇ ਤਲਵਾਰਾਂ ਪਹਿਨਣ ਵਾਲੇ ਵੀ ਉਹ ਸਨ। ਫਿਰ ਉਹਨਾਂ ਨੇ ਕੌਮ ਦੇ 'ਚ ਸਪਿਰਿਟ ਭਰੀ, ਕੌਮ ਨੂੰ ਹਥਿਆਰ ਬੰਦ ਕਰਨਾ ਸ਼ੁਰੂ ਕੀਤਾ, ਘੋੜ ਸਵਾਰੀਆਂ ਸਿਖਾਈਆਂ, ਹਥਿਆਰ ਚਲਾਉਣੇ ਸਿਖਾਏ, ਤਾਂ ਜੋ ਲੋਕ ਹਥਿਆਰ ਬੰਦ ਹੋਣ ਅਤੇ ਅਣਖ ਨਾਲ ਜਿਉ ਸਕਣ, ਅਣਖ ਨਾਲ ਜਿਉ ਸਕਣ। ਕਿਉਂਕਿ ਉਹਨਾਂ ਦੇਖਿਆ ਵੀ ਜਿਹੜਾ ਹਿੰਦੁਸਤਾਨ ਗੁਲਾਮ ਹੋ ਗਿਆ ਹੈ, ਉਹਨਾਂ ਨੇ ਦੇਖਿਆ 2 ਵੱਡੇ ਕਾਰਨ ਨੇ। ਇੱਕ ਤਾਂ ਸਾਰਾ ਹਿੰਦੁਸਤਾਨ ਜਾਤਾਂ ਪਾਤਾਂ 'ਚ ਵੰਡਿਆ ਹੋਇਆ ਸੀ, ਇੱਕ ਜਾਤ ਦੂਜੇ ਨਾਲ ਵਰਤਦੀ ਨਹੀਂ ਸੀ, ਏਕਤਾ ਹੀ ਕੋਈ ਨਹੀਂ ਸੀ ਕੌਮ। ਦੂਸਰਾ ਹਥਿਆਰਬੰਦ ਨਹੀਂ ਸਨ, ਇਸ ਲਈ ਜਿਹੜਾ ਵੀ ਆਇਆ ਉਹਨੇ ਆਪਣੀ ਚਲਾਈ ਗਿਆ। ਉਹਨੇ ਕਿਹਾ ਨਹੀਂ ਤੈਨੂੰ ਮਾਰ ਦਾਂਗੇ, ਨਹੀਂ ਤਾਂ ਮੁਸਲਮਾਨ ਹੋ ਜਾਓ। ਵਿਚਾਰੇ ਲੋਕ ਜਦੋਂ ਹਥਿਆਰ ਹੀ ਕੋਈ ਨਹੀਂ ਡਰਦੇ ਹੋਏ ਜਿਹੜਾ ਮੁਸਲਮਾਨ ਬਣੀ ਗਏ। 10ਵੇਂ ਪਾਤਸ਼ਾਹ ਨੇ ਵੀ ਇਹੀ ਸੀ ਕਿ ਭਾਈ ਤੁਸੀਂ ਹਥਿਆਰਬੰਦ ਹੋਵੋ, ਆਪ ਜ਼ੁਲਮ ਨਹੀਂ ਕਿਸੇ 'ਤੇ ਕਰਨਾ, ਪਰ ਜੇ ਤੁਹਾਡੇ 'ਤੇ ਕੋਈ ਜ਼ੁਲਮ ਕਰਦਾ ਹੈ ਫਿਰ ਜਿਹੜਾ ਅੱਗੋਂ ਮੁਕਾਬਲਾ ਕਰਨਾ ਹੈ ਉਹਦਾ। ਮੌਤ ਤੋਂ ਡਰਨਾ ਨਹੀਂ ਹੈ, ਮੌਤ ਇੱਕ ਦਿਨ ਆਉਣੀ ਹੀ ਆਉਣੀ ਹੈ। ਡਰ ਕਾਰਨ ਆਪਣੇ ਅਸੂਲ ਨਹੀਂ ਤਿਆਗਣੇ, ਪੈ ਕਾਹੂ ਕੋ ਦੇਤ ਨੇ ਨਹਿ ਪੈ ਮਾਨਤਾਨ। ਸੋ ਸਾਰੇ ਗੁਰੂਆਂ ਨੇ ਸਾਡੇ ਨੇ ਇਸ ਗੱਲ 'ਤੇ ਪਹਿਰਾ ਦਿੱਤਾ। ਹਾਲਾਂਕਿ ਗੁਰੂ ਨਾਨਕ ਦੇ ਹਥਿਆਰਬੰਦ ਨਹੀਂ ਸਨ, ਪਰ ਦੇਖੋ ਕਿੰਨੇ ਦਬੰਗ ਸਨ। ਰਾਜੇ ਸ਼ੀਂਹ ਮੁਕੱਦਮ ਕੁੱਤੇ, ਦੇਖੋ ਸਿੱਧੇ ਹੀ ਪੈ ਗਏ। ਕਿਤੇ ਜ਼ਰੂਰਤ ਨਹੀਂ ਸੀ ਵੀ ਗੁਰੂ ਨਾਨਕ ਅੱਗੇ ਕੋਈ ਬੋਲ ਸਕੇ, ਇੰਨੀਆਂ ਸ਼ਕਤੀਆਂ ਦੇ ਮਾਲਕ ਸਨ ਉਹ, ਇੰਨੀ ਸ਼ਕਤੀਆਂ ਦੇ ਮਾਲਕ ਸਨ। ਸੋ ਗੁਰੂ ਨਾਨਕ ਦੇ ਤੋਂ ਲੈ ਕੇ 10ਵੇਂ ਪਾਤਸ਼ਾਹ ਤੱਕ ਨੇ ਇਹ ਸਾਰਾ ਜਿਹੜਾ ਸਿੱਖ ਕੌਮ ਦੇ ਅੰਦਰ ਉਹ ਡਰ ਖਤਮ ਕੀਤਾ, ਵਧੀਆ ਅਸੂਲ ਕਾਇਮ ਕੀਤੇ, ਵਧੀਆ ਜੀਵਨ ਜਿਉਣ ਦੀ ਜਾਚ ਸਿਖਾਈ।
ਤਾਂ ਜੋ ਅਸੀਂ ਵਧੀਆ ਤਰੀਕੇ ਨਾਲ ਰਹਿ ਸਕੀਏ। ਪਰ ਅਫਸੋਸ ਹੈ ਕਿ ਜਿਹੜਾ ਹੈ ਅਸੀਂ ਦਿਨੋਂ ਦਿਨ ਸਾਡੇ 'ਚ ਗਿਰਾਵਟ ਆਉਂਦੀ ਜਾ ਰਹੀ ਹੈ, ਅਤੇ ਜੋ ਪੁਰਾਣੇ ਜ਼ਮਾਨੇ 'ਚ ਸਿੱਖ ਕੌਮ ਦਾ ਆਦਰ ਮਾਣ ਸੀ ਹੁਣ ਓਨਾ ਨਹੀਂ ਰਿਹਾ। ਉਹ ਸਾਡਾ ਆਪਣਾ ਹੀ ਕਸੂਰ ਹੈ। ਗੁਰੂ ਮਹਾਰਾਜ ਕਿਰਪਾ ਕਰਨ, ਅਸੀਂ ਆਪਣੇ ਸਿੱਖਾਂ ਵਾਲੇ ਗੁਣ ਪੈਦਾ ਕਰੀਏ, ਫਿਰ ਜਿਹੜਾ ਗੁਰੂ ਮਹਾਰਾਜ ਦੀ ਖੁਸ਼ੀ ਪ੍ਰਾਪਤ ਕਰੀਏ। ਅਸਲ ਇਹੀ ਦਿਨ ਮਨਾਉਣੇ ਹੁੰਦੇ ਨੇ। ਗੁਰੂ ਮਹਾਰਾਜ ਇਹ ਸੋਚਣ ਵੀ ਤੁਸੀਂ ਮੇਰਾ ਦਿਨ ਮਨਾਇਆ, ਮੇਰੀ ਕਿਹੜੀ ਗੱਲ 'ਤੇ ਤੁਸੀਂ ਪਹਿਰਾ ਦੇ ਰਹੇ ਹੋ, ਮੇਰੀ ਕਿਸੇ ਗੱਲ ਨੂੰ ਤੁਸੀਂ ਮੰਨ ਰਹੇ ਹੋ। ਜੇ ਤਾਂ ਅਸੀਂ ਮੰਨ ਲਈ ਅਤੇ ਫਿਰ ਤਾਂ ਭਾਈ ਦਿਨ ਮਨਾਉਣਾ ਸਾਰਥਕ ਹੈ, ਅਤੇ ਜੇ ਪਹਿਲਾਂ ਵਰਗੀ ਰਹਿ ਗਏ ਤਾਂ ਫਿਰ ਇਹ ਫਾਰਮੈਲਿਟੀਆਂ ਹੁੰਦੀਆਂ। ਸਿੱਖ ਧਰਮ ਫਾਰਮੈਲਿਟੀਆਂ ਨੂੰ ਪਸੰਦ ਨਹੀਂ ਕਰਦਾ, ਇਹ ਪ੍ਰੈਕਟੀਕਲ ਲਾਈਫ ਨੂੰ ਪਸੰਦ ਕਰਦਾ ਹੈ ਕਿ ਜੋ ਕਿਹਾ ਗਿਆ ਉਸ ਤਰ੍ਹਾਂ ਦਾ ਜੀਵਨ ਜਿਵੋ। ਇਹ 'ਚ ਕੋਈ ਸ਼ੱਕ ਨਹੀਂ ਕਿ ਉਹੋ ਜਿਹਾ ਜੀਵਨ ਜਿਉਣਾ ਕੋਈ ਖਾਲਾ ਜੀ ਦਾ ਵਾੜਾ ਨਹੀਂ ਹੈ। ਬਹੁਤ ਟਾਈਮ ਲੱਗੇਗਾ, ਪਰ ਸਾਨੂੰ ਯਤਨ ਤਾਂ ਕਰਦੇ ਰਹਿਣਾ ਚਾਹੀਦਾ, ਯਤਨਸ਼ੀਲ ਰਹਿਣਾ ਚਾਹੀਦਾ, ਤਾਂ ਜੋ ਹੌਲੀ ਹੌਲੀ ਜਿਹੜਾ ਹੈ ਉਹ ਗੁਰੂ ਗ੍ਰੰਥ ਸਾਹਿਬ ਦੇ ਜਿਹੜੇ ਗੁਣ ਦਿੱਤੇ ਨੇ ਸਿੱਖ ਦੇ, ਉਹਨਾਂ 'ਤੇ ਅਸੀਂ ਪਹਿਰਾ ਦਈਏ, ਆਪਣੇ ਅੰਦਰ ਗੁਣ ਪੈਦਾ ਕਰੀਏ, ਤਾਂ ਜੋ ਗੁਰੂ ਮਹਾਰਾਜ ਵੀ ਸਾਡੇ 'ਤੇ ਖੁਸ਼ ਹੋਣ ਅਤੇ ਲੋਕਾਂ ਨੂੰ ਵੀ ਹੋਵੇ ਕਿ ਭਾਈ ਗੁਰੂ ਦੇ ਸਿੱਖ ਨੇ, ਇਹ ਅਸੂਲਾਂ ਵਾਲੇ ਨੇ, ਇਹ ਵਿਸ਼ਵਾਸਯੋਗ ਨੇ, ਇਹਨਾਂ 'ਤੇ ਵਿਸ਼ਵਾਸ ਕੀਤਾ ਜਾ ਸਕਦਾ ਹੈ। ਕਦੇ ਵੀ ਕਿਸੇ ਨਾਲ ਜ਼ਿੰਦਗੀ 'ਚ ਵਿਸ਼ਵਾਸਘਾਤ ਨਹੀਂ ਕਰਨਾ ਚਾਹੀਦਾ। ਇਹ ਗੱਲ ਯਾਦ ਰੱਖਣੀ ਹੈ ਕਿ ਕਈ ਨੌਕਰ ਵਿਸ਼ਵਾਸਘਾਤ ਕਰ ਜਾਂਦੇ ਨੇ, ਕਈ ਰਿਸ਼ਤੇਦਾਰ ਵੀ ਕਰ ਜਾਂਦੇ ਨੇ। ਵਿਸ਼ਵਾਸਘਾਤ ਕਦੇ ਜ਼ਿੰਦਗੀ 'ਚ ਨਹੀਂ ਕਰੀਦਾ। ਆਪਾਂ ਨੂੰ ਨਹੀਂ ਪਸੰਦ ਰਿਹਾ, ਆਪਾਂ ਉਹਦਾ ਸਾਥ ਛੱਡ ਸਕਦੇ ਹਾਂ, ਉਹਦੀ ਨੌਕਰੀ ਛੱਡ ਸਕਦੇ ਹਾਂ, ਪਰ ਉਸ ਨੂੰ ਕਿਸੇ ਪ੍ਰਕਾਰ ਦਾ ਅਸੀਂ ਨੁਕਸਾਨ ਨਹੀਂ ਪਹੁੰਚਾਉਣਾ। ਤਾਂ ਹੀ ਗੁਰੂ ਮਹਾਰਾਜ ਸਾਡੇ 'ਤੇ ਖੁਸ਼ ਹੋਣਗੇ। ਸੋ ਸਤਿਕਾਰਯੋਗ ਸਾਧ ਸੰਗਤ ਸਮਾਂ ਹੋ ਗਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।